ਸੋ ਇਸ ਤੋਂ ਉਪਰੰਤ ਬਹੁਤ ਹੀ ਸਤਿਕਾਰਯੋਗ ਨਿਹੰਗ ਸਿੰਘ ਭਾਈ ਧਰਮ ਸਿੰਘ ਜੀ ਸੱਚ ਖੋਜ ਅਕੈਡਮੀ ਦੇ ਬਾਨੀ ਪਹੁੰਚ ਚੁੱਕੇ ਹਨ। ਪੌਣੇ 1 ਵਜੇ ਤੱਕ ਆਪ ਸੰਗਤਾਂ ਨੂੰ ਆਪ ਜੀ ਦੇ ਗੁਰਮਤਿ ਵਿਚਾਰਾਂ ਦੇ ਨਾਲ ਆਪ ਜੀ ਦੇ ਨਾਲ ਗੁਰਮਤਿ ਵਿਚਾਰ ਸਾਂਝੀ ਕਰਨਗੇ ਅਤੇ ਅੱਜ ਦੇ ਜੋ ਮਹਾਨ ਸ਼ਹੀਦੀ ਸਮਾਗਮ ਮਨਾਏ ਜਾ ਰਹੇ ਹਨ ਉਹਦੇ ਸੰਬੰਧ ਦੇ ਵਿੱਚ ਆਪਣੇ ਵਿਚਾਰ ਸੰਗਤਾਂ ਦੇ ਸਨਮੁਖ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਰੱਖਣਗੇ। ਸੋ ਸਾਰਿਆਂ ਨੇ ਇਸੇ ਹੀ ਤਰ੍ਹਾਂ ਪਿਆਰ ਦਾ ਸਬੂਤ ਦੇਣਾ ਹੈ। ਇਹਨਾਂ ਕੋਲੋਂ ਅੱਜ ਦੇ ਮਹਾਨ ਸ਼ਹੀਦੀ ਸਮਾਗਮ ਤੇ ਉਹਨਾਂ ਦਾ ਇਤਿਹਾਸ ਸਰਵਣ ਕਰੋ ਜੀ। ਉਸ ਤੋਂ ਉਪਰੰਤ 6 ਪੌੜੀਆਂ ਆਨੰਦ ਸਾਹਿਬ ਦੇ ਜਾਪ ਸਮਾਪਤੀ ਦੀ ਅਰਦਾਸ ਹੋਵੇਗੀ। ਸੋ ਸਾਰਿਆਂ ਨੇ ਇਸੇ ਤਰ੍ਹਾਂ ਹੀ ਕੁਝ ਸਮੇਂ ਦੇ ਅੰਦਰ ਹੋਰ ਇਸ ਸਥਾਨ ਤੇ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਸਜਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਢਾਡੀ ਸਿੰਘਾਂ ਕੋਲੋਂ ਤੁਸੀਂ ਆਪਾਂ ਸਾਰਿਆਂ ਨੇ ਚਮਕੌਰ ਸਾਹਿਬ ਦਾ ਪ੍ਰਸੰਗ ਸਰਵਣ ਕੀਤਾ। ਬੜੇ ਸੁਚੱਜੇ ਢੰਗ ਨਾਲ ਜੋਸ਼ ਭਰਿਆ ਵਾਤਾਵਰਨ ਪੈਦਾ ਹੋ ਗਿਆ। ਇਹ ਢਾਡੀ ਸਿੰਘਾਂ ਦੀ ਦੇਣ ਹੈ। ਅੱਜ ਤੱਕ ਸਿੱਖੀ ਦੇ ਵਿੱਚ ਸਿੱਖੀ ਲਹਿਰ ਦੀ ਜੋ ਅਣਖ ਹੈ ਉਹ ਜ਼ਿੰਦਾ ਹੈ। ਉਹ ਅਣਖ ਜਿੰਦਾ ਹੈ, ਜੋਸ਼ ਜਿੰਦਾ ਹੈ, ਪਰ ਹੋਸ਼ ਦੀ ਕਮੀ ਹੋ ਗਈ। ਨਿਰਾ ਜੋਸ਼ ਕੋਈ ਵੀ ਜੰਗ ਜਿੱਤ ਨਹੀਂ ਸਕਦਾ। ਬਿਨਾ ਹੋਸ਼ ਤੇ ਜੋਸ਼ ਜਿਹਾ ਹੈ, ਉਹੀ ਜੋਸ਼ ਦਾ ਅੱਜ ਸਾਡੇ ਸਿੱਖਾਂ ਵਿੱਚ ਪਾਟੋ ਧਾੜ ਦਾ ਕਾਰਨ ਬਣਿਆ ਹੋਇਆ। ਵਿਚਾਰ ਦੀ ਕਮੀ ਹੈ, ਜੋਸ਼ ਬਹੁਤ ਹੈ। ਵਿਚਾਰ ਚਾਹੀਦੀ ਸੀ, ਸਿੱਖੀ ਚਾਹੀਦੀ ਸੀ, ਜੋਸ਼ ਸਿੱਖੀ ਦੇ ਵਿੱਚ ਵੀ ਹੁੰਦਾ ਹੈ। ਉਹ ਵੀਰ ਰਸ ਹੁੰਦਾ ਹੈ। ਵੀਰ ਰਸ ਦੀ ਕਮੀ ਹੈ। ਵੀਰ ਰਸ ਤੋਂ ਸਖਣਾ ਜੋਸ਼ ਹੈ, ਉਹ ਕ੍ਰੋਧ ਵਿੱਚ ਬਦਲ ਜਾਂਦਾ। ਕ੍ਰੋਧ ਸਾਨੂੰ ਤਾਂ ਆਉਂਦਾ ਗੁਰਮਤਿ ਦੀ ਘਾਟ ਹੈ, ਗੁਰਮਤਿ ਦੀ ਸਮਝ ਦੀ ਘਾਟ ਹੈ। ਜੋਸ਼ ਤੇ ਕੰਟਰੋਲ ਜੇ ਨਾ ਰਹੇ ਤਾਂ ਕ੍ਰੋਧ ਦੇ ਵਿੱਚ ਤਬਦੀਲ ਹੋ ਜਾਂਦਾ। ਕ੍ਰੋਧ ਹੰਕਾਰ ਵਿੱਚ ਬਦਲ ਜਾਂਦਾ। ਹੰਕਾਰ ਵਿੱਚ ਫੁੱਟ ਪੈਦਾ ਹੋ ਜਾਂਦੀ ਹੈ। ਸਾਡੇ ਫੁੱਟ ਦਾ ਕਾਰਨ ਇਹ ਹੈ, ਵਿਚਾਰ ਦੀ ਘਾਟ ਫੁੱਟ ਪੈਦਾ ਕਰਦੀ ਹੈ, ਹੰਕਾਰ ਪੈਦਾ ਕਰਦਾ ਹੈ। ਗਿਆਨ ਦੀ ਕਮੀ ਹੈ, ਗੁਰਮਤਿ ਦੀ ਵਿਚਾਰ ਦੀ ਕਮੀ ਹੈ। ਇਹ ਪੱਖ ਅਸੀਂ ਵਿਚਾਰੇ ਹੀ ਨਹੀਂ। ਧਰਮ 'ਚ ਇਹ ਗੱਲ ਨਹੀਂ ਹੁੰਦੀ। ਧਰਮ 'ਚ ਤਿਆਗ ਹੁੰਦਾ, ਕੁਰਬਾਨੀ ਹੁੰਦੀ ਹੈ। ਦੇਖੋ ਚਮਕੌਰ ਸਾਹਿਬ ਦੇ ਸਾਕੇ ਵਿੱਚ ਤਾਂ ਸੰਪਾਸ਼ਾ ਆਪਣੇ ਸਾਹਿਬਜ਼ਾਦਿਆਂ ਨੂੰ ਤੋੜ ਰਹੇ ਨੇ। ਕਾਹਦੇ ਵਾਸਤੇ ਤੋੜ ਰਹੇ ਨੇ? ਕੋਈ ਸਿਆਸਤਦਾਨ ਹੈ?
ਜਿਹੜਾ ਆਪਣੇ ਮੁੰਡਿਆਂ ਨੂੰ ਅੱਗੇ ਕਰੇ ਇਦਾਂ, ਲੋਕਾਂ ਦੇ ਦੂਜਿਆਂ ਦੇ ਪੁੱਤ ਬਣਾ ਕੇ ਆਪਣਿਆਂ ਨੂੰ ਕੁਰਸੀਆਂ ਦੇਣ ਵਾਲੇ ਨੇ। ਇਹ ਕਿਵੇਂ ਆ ਬੜੇ ਸਾਡੇ 'ਚ? ਗੁਰੂ ਦਾ ਲੜ ਛੱਡਤਾ ਅਸੀਂ, ਗੁਰਮਤ ਛੱਡਤੀ, ਜੋਸ਼ ਲੈ ਲਿਆ। ਇਹ ਜੋਸ਼ ਫਿੱਟ ਆਉਂਦਾ ਸਿਆਸਤਦਾਨਾਂ ਨੂੰ, ਗੁਰਮੁਖਾਂ ਨੂੰ ਨਹੀਂ ਫਿੱਟ ਆਉਂਦਾ ਹੈ, ਗੁਰੂ ਨੂੰ ਨਹੀਂ ਫਿੱਟ ਆਉਂਦਾ ਹੈ। ਸਾਨੂੰ ਅਸੀਂ ਇਤਿਹਾਸ ਤੇ ਜ਼ੋਰ ਦੇ ਦਿੱਤਾ। ਗੁਰਬਾਣੀ ਨਹੀਂ ਮੰਨਦੀ ਇਤਿਹਾਸ ਤੇ ਜ਼ੋਰ ਨੂੰ। ਉਹ ਕਹਿੰਦੇ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਚਮਕੌਰ ਸਾਹਿਬ ਦੀ ਜਗ ਗੁਰ ਕੀ ਕਰਨੀ ਹੈ, ਗੁਰ ਕੀ ਕਰਨੀ ਹੈ, ਉਹ ਵੀ ਚਾਹੀਦੀ ਸੀ। ਉਹ ਇੱਕ ਮਿਸ਼ਨ ਸੀ ਜਿਹਦੇ ਵਾਸਤੇ ਜੰਗ ਲੜਨੀ ਪਈ। ਅਸੀਂ ਤਾਂ ਨਿਕਲੇ ਆਏ ਸੀ ਸੁਲ੍ਹਾ ਕਰਕੇ। ਹਮਲਾ ਤਾਂ ਉਹਨਾਂ ਨੇ ਕੀਤਾ ਹੈ, ਗੱਦਾਰੀ ਕੀਤੀ ਹੈ। ਫਿਰ ਗੱਦਾਰੀ ਕੀਤੀ, ਉਹ ਇਲਾਜ ਕੋਈ ਨਹੀਂ ਸੀ, ਸਿਵਾਏ ਜੰਗ ਦੇ ਕੋਈ ਇਲਾਜ ਨਹੀਂ ਸੀ। ਉਹ ਇੱਕ ਮਜਬੂਰੀ ਦੀ ਜੰਗ ਸੀ ਸਾਡੀ। ਅਸੀਂ ਜੋਸ਼ ਨੂੰ ਲੈ ਕੇ ਅੱਗੇ ਹੋਸ਼ ਗਵਾ ਬੈਠੇ। ਉਹਦਾ ਕਾਰਨ ਹੈ ਸਿੱਖੀ ਸਾਤੋਂ ਚਲੀ ਗਈ, ਸਲਿੱਪ ਹੋ ਗਈ। ਸ਼੍ਰੋਮਣੀ ਕਮੇਟੀ ਨੇ ਮੰਨ ਲਿਆ ਕਿ ਸਿੱਖੀ ਦਾ ਪ੍ਰਚਾਰ ਸਾਤੇ ਨਹੀਂ ਹੋਇਆ, ਉਲਟ ਹੋ ਗਿਆ ਕਿ ਸਵਾਰਥ ਪ੍ਰਧਾਨ ਹੋ ਗਿਆ, ਸਿਆਸਤ ਪ੍ਰਧਾਨ ਹੋ ਗਈ, ਪਰਮਾਰਥ ਛੁੱਟ ਗਿਆ। ਸਿੱਖੀ ਪਰਮਾਰਥ ਹੈ। ਅਸੀਂ ਕਰਨਾ ਕੀ ਸੀ? ਖਾਲਸੇ ਨੂੰ ਕੀ ਡਿਊਟੀ ਦਿੱਤੀ ਹੈ? ਦਸਮ ਪਾਤਸ਼ਾਹ ਦੀ ਕੀ ਡਿਊਟੀ ਸੀ? ਕੀ ਕਰਨਾ ਆਏ ਸੀ? ਸਾਨੂੰ ਉਹਨਾਂ ਦੱਸਿਆ ਹੈ। ਕਿ ਅਸੀਂ ਆਏ, ਪਿੱਛੇ ਵੀ ਕਈ ਦਫਾ ਇੱਥੇ ਮੈਂ 2 ਵਾਰ ਆਇਆ, ਇਹ ਗੱਲ ਦੱਸੀ ਹੈ। ਧਰਮ ਚਲਾਵਣ ਸੰਤ ਉਬਾਰਨ, ਦੁਸ਼ਟ ਸਬਨ ਕੋ ਮੂਲ ਉपारण। ਆਹੇ ਕਾਜ ਧਰਾ ਹਮ ਜਨਮ, ਸਮਝ ਲਿਓ ਸਾਧੂ ਸਭ ਮਨਮੁ। ਸਾਧੂ ਦਾ ਮਤਲਬ ਹੈ ਸਾਰੇ ਸੰਸਾਰ ਦੇ ਜਿੰਨੀਆਂ ਮੱਤਾਂ ਨੇ, ਜਿੰਨੇ ਵੀ ਧਰਮ ਨੇ, ਸਾਧੂ ਸੁਭਾਅ ਦੇ ਜਿਹੜੇ ਲੋਕ ਨੇ, ਉਹਨਾਂ ਨੂੰ ਮੇਰੇ ਤੋਂ ਡਰਨਾ ਨਹੀਂ ਚਾਹੀਦਾ। ਸੱਚੇ ਸੁੱਚੇ ਆਦਮੀਆਂ ਨੂੰ ਨਹੀਂ ਡਰਨਾ ਚਾਹੀਦਾ। ਡਰਨਾ ਕਿਹਨੂੰ ਚਾਹੀਦਾ? ਜਿਹੜੇ ਦੁਸ਼ਟ ਨੇ ਉਹਨਾਂ ਨੂੰ ਡਰਨਾ ਚਾਹੀਦਾ। ਸਾਡੀ ਲੜਾਈ ਦੁਸ਼ਟਾਂ ਨਾਲ ਹੈ, ਧਰਮੀਆਂ ਨਾਲ ਲੜਾਈ ਨਹੀਂ ਹੈ ਸਾਡੀ। ਧਰਮ ਸਾਰਿਆਂ ਧਰਮਾਂ ਦੇ ਵਿੱਚ ਹੀ, ਧਰਮ ਤਾਂ ਮੈਂ ਨਹੀਂ ਕਹਿ ਸਕਦਾ, ਧਰਮ ਤਾਂ ਇੱਕੋ ਹੀ ਆ, ਸਾਰੀਆਂ ਮੱਤਾਂ ਵਿੱਚ ਹੀ ਚੰਗੇ ਆਦਮੀ ਵੀ ਹੁੰਦੇ ਨੇ, ਮਾੜੇ ਆਦਮੀ ਵੀ ਹੁੰਦੇ ਨੇ। ਮਾੜੇ ਆਦਮੀਆਂ ਨਾਲ ਸਾਡੀ ਲੜਾਈ ਹੈ, ਚੰਗੇ ਆਦਮੀਆਂ ਨੂੰ ਅਸੀਂ ਰਕਸ਼ਾ, ਉਹਨਾਂ ਦੇ ਰਕਸ਼ਕ ਹਾਂ ਅਸੀਂ। ਇਹੀ ਡਿਊਟੀ ਖਾਲਸੇ ਨੂੰ ਦਿੱਤੀ ਸੀ। ਅਸੀਂ ਉਹ ਡਿਊਟੀ ਆਪਣੀ ਸ਼ਾਇਦ ਸਾਨੂੰ ਪਤਾ ਹੀ ਨਹੀਂ ਹੈ, ਇਹਦਾ ਤਾਂ ਕਦੇ ਪ੍ਰਚਾਰ ਹੀ ਨਹੀਂ ਹੋਇਆ। ਸਾਡੇ ਕੋਲ ਝੰਡਾ ਵਰਦਾਰੀ ਹੈ ਪੰਥ ਕੋਲ, ਦੁਸ਼ਟ ਸਬਨ ਕੋ ਮੂਲ ਉਪਾਰਣ। ਜਿੰਨਾ ਪਖੰਡਵਾਦ ਹੈ ਧਰਮਾਂ ਦੇ ਵਿੱਚ, ਉਹਦੀ ਜੜ ਪੁੱਟਣੀ। ਉਹ ਪਖੰਡਵਾਦ ਇਕੱਠਾ ਹੋ ਕੇ ਉਸੇ ਨੇ ਕਿਲੇ ਨੂੰ ਘੇਰਾ ਪਾਇਆ ਸੀ ਅਨੰਦਪੁਰ ਸਾਹਿਬ। ਉਹ 'ਚ ਹਿੰਦੂ ਵੀ ਸੀ, ਉਹ 'ਚ ਮੁਸਲਮਾਨ ਵੀ ਸੀ। ਅੱਜ ਵੀ ਉਹੀ ਹਾਲ ਹੈ। ਦੁਨੀਆ 'ਚ 2 ਧੜੇ ਹੋ ਚੁੱਕੇ ਨੇ। ਜਿਹੜੇ ਪੁਰਾਣੇ ਧਰਮ ਨੇ, ਪਖੰਡਵਾਦ ਹੈ, ਉਹ ਚਾਹੇ ਸਿੱਖਾਂ 'ਚ ਹੈ, ਚਾਹੇ ਈਸਾਈਆਂ 'ਚ ਹੈ, ਚਾਹੇ ਮੁਸਲਮਾਨਾਂ 'ਚ ਹੈ, ਉਹ ਨਹੀਂ ਚਾਹੁੰਦੇ ਵੀ ਸੱਚਾ ਸੁੱਚਾ ਧਰਮ ਕੋਈ ਦੁਨੀਆ ਦੇ ਵਿੱਚ ਅੱਗੇ ਆਵੇ। ਉਹਨਾਂ ਦੀ ਚੌਧਰ ਜਾਂਦੀ ਹੈ।
ਮੁਸਲਮਾਨਾਂ 'ਚ ਇਹ ਗੱਲ ਤੁਹਾਨੂੰ ਮੈਂ ਦੱਸ ਦੇਵਾਂ ਕਿ 2018 ਵਿੱਚ ਮੁਸਲਮਾਨਾਂ ਨੇ ਮੈਨੂੰ ਕਿਹਾ ਸੀ ਕਿ ਜੇ ਤੁਸੀਂ ਵਿੱਚ ਆ ਜਾਵੋ ਤਾਂ ਸ਼ੀਆ ਸੁੰਨੀਆਂ ਦੀ ਸੁਲ੍ਹਾ ਹੋ ਸਕਦੀ ਹੈ ਸਾਡੀ। ਮੈਂ ਕਿਹਾ ਸੀ ਕਿ ਮੁਸਲਮਾਨਾਂ ਬਾਰੇ ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ਗੁਰਬਾਣੀ ਦੇ ਵਿੱਚ ਹੈ, ਮੁਸਲਮਾਨ ਕਹਾਵਣ ਮੁਸ਼ਕਲ ਹੋਏ ਤਾਂ ਮੁਸਲਮਾਨ ਕਹਾਵੇ। ਕਿਉਂਕਿ ਮੁਸਲਮਾਨ ਦੇ ਇੱਕ ਅੱਖ ਮੰਨੀ ਹੈ, ਹਿੰਦੂ ਅੰਨਾ ਤੁਰਕੂ ਕਾਣਾ, ਉਹਦੇ ਇੱਕ ਅੱਖ ਹੈ। ਉਹਨੂੰ ਸੌਖੇ ਤਰੀਕੇ ਨਾਲ ਉਹਨੂੰ ਸਿੱਖੀ ਸਮਝਾਈ ਜਾ ਸਕਦੀ ਹੈ, ਹਿੰਦੂ ਨੂੰ ਸਮਝਾਉਣਾ ਮੁਸ਼ਕਲ ਹੈ। ਯੂਐਨਓ ਦੇ ਵਿੱਚ ਇੱਕ ਧਰਮ ਦੀ ਗੱਲ ਚੱਲਦੀ ਸੀ, ਉਹ ਧਰਮ ਮੰਨ ਲਿਆ ਗਿਆ ਵੀ ਜਿਹੜਾ ਧਰਮ ਗੁਰਮਤਿ ਦਾ ਗੁਰਬਾਣੀ ਵਾਲਾ ਵਿਚਾਰਧਾਰਾ ਹੈ, ਸਿੱਖ ਧਰਮ ਹੈ, ਸਿੱਖੀ ਹੈ, ਇਹ ਜੇ ਅੱਗੇ ਆ ਜਾਵੇ ਸਾਰੀ ਦੁਨੀਆ 'ਚ ਸ਼ਾਂਤੀ ਹੋ ਸਕਦੀ ਹੈ। ਇਹ ਸਾਰੀ ਦੁਨੀਆ ਨੂੰ ਪ੍ਰਵਾਨ ਹੈ ਧਰਮ, ਇੱਥੇ ਗੱਲ ਉੱਪਰ ਚੱਲ ਰਹੀ ਹੈ। ਹੁਣ ਮਨ ਤਾਂ ਈਸਾਈ ਵੀ ਗਏ ਸੀ, ਯਹੂਦੀ ਵੀ ਗਏ ਸੀ, ਉਹੀ ਮੂਹਰੇ ਹੋਏ ਸੀ ਪਹਿਲਾਂ, ਹੁਣ ਉਹ ਪਿੱਛੇ ਹਟ ਗਏ, ਉਹ ਵੀ ਪਿੱਛੇ ਹਟ ਗਏ। ਇਹ ਜਿਹੜੇ ਹਿੰਦੂ ਮੰਦਿਰਾਂ ਵਾਲੇ ਨੇ, RSS ਵਾਲੇ ਨੇ, ਉਹ ਵੀ ਉਹਨਾਂ ਨਾਲ ਰਲ ਗਏ ਜਾ ਕੇ। ਕੱਟੜ ਮੁਸਲਮਾਨ, ਕੱਟੜ ਹਿੰਦੂ, ਕੱਟੜ ਯਹੂਦੀ, ਇਹ ਸਾਰੇ ਇੱਕ ਪਾਸੇ ਹੋ ਗਏ। ਇਹ ਨਹੀਂ ਚਾਹੁੰਦੇ ਗਰੀਬ ਜਨਤਾ ਬਰਾਬਰ ਉੱਪਰ ਆ ਜਾਵੇ। ਗੁਰਬਾਣੀ ਕਹਿੰਦੀ ਹੈ ਨੀਚਾ ਅੰਦਰ ਨੀਚ ਜਾਤ, ਨੀਚਾ ਸੋ ਅਤ ਨੀਚ, ਨਾਨਕ ਤਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਕਬੀਰ ਨੇ ਕਿਹਾ ਸੀ, ਕਬੀਰ ਚੰਦਨ ਕਾ ਬਿਰਬਾ ਭਲਾ, बेड़ो ढाक पलास, ओए भी चंदन हो रहे बसें जो चंदन पास। जिहड़ा चंदन दे कोल रुख होऊगा, चाहे छोटा होवे चाहे बड़ा होवे, वो चंदन बन जाता हुंदा है। गरीब जनता दे विच ही सिक्खी दा प्रचार हो सकता है। अमीर आदमी इस गल नूं नहीं मनदे हुंदे। अमीर आदमियां दी चौधर जांदी हुंदी है। इह चों अमीरां दे अंदर हंकार हुंदा है। दबे कुचले जिहड़े लोग ने उन्हां नूं बराबर लियाउण दी गल करदी है गुरमत। जद एक पिता एक सखियां बारक मनदे हां असीं सारे धर्म सारियां मत्तां, फिर बराबर दे हक दिंदे क्यों नहीं? कब्जा क्यों करी बैठे हां असीं? 5 7 10 परिवार सारी दौलत ते दुनिया दी ते इत्थे है मसला। जे एक पिता एक सखियां बारक हाँ तो सब दा बराबर हक है, सबका सिद्ध है। हवा दे बराबर हक है, धुप दे बराबर हक है। जमीन जायदाद ते क्यों नहीं, पैसे ते क्यों नहीं? ठीक है, अकल ज़्यादा होवे अकल घट होवे, उहदे हिसाब नाल घरां दे विच भी फर्क हुंदा है। थोड़ी बहुत उहो जी सहूलत हो सकती है, पर इन्नी ना बराबरी नहीं हो सकती जिन्नी है। अग ही हो रहा सी, हुण ये हो रहा भी सारी दुनिया की दौलत कुछ बंदियां दे हत्थ च आके सारी दुनिया नूं बंधुआ मजदूर बना लीए। ये सी काले कानूनां दी गल, इहदे पिछे इत्थे चलदी है। मैं वर्ल्ड लैवल की गल कर रहा, की चलदा है उत्थे। मुसलमानों की एकता हो चुकी है। जिहड़े तालिबान थे उन्होंने वो राह छड़ता मार काटदा, वो कहते धर्म का राह अपनाओ। मैं कहा सी जे तुसीं ये मनदे हो भी इस्लाम है जिहड़ा, इहदा दूआ नाम शांति है, शांति का दूआ नाम इस्लाम है। जे इस्लाम शांति दो शब्द इको ही चीज़ है, फिर जे मुसलमान होके कोई अशांति पैदा करता है
वो इस्लाम तो खिलाफ है, मुसलमान है ही नहीं, इस्लाम का दुश्मन है। वो उन्होंने मननी भाई गल ठीक है। जे इस्लाम कहता मैं मुसलमान हाँ, अशांति पैदा करता है, अतवाद पैदा करता है, तो इस्लाम का ही दुश्मन है। फिर 2018 तो लैके 2020-21 तक वो तालिबाना ने राह छड़ दिता अतवाद का। उन्होंने अमरीका वालिया ने तां राज दिता सी। UN दे विच भी उन्होंने कहता भी इन्होंने तालिबान ना कहो, हुण ये अतवादी नहीं रहे। पर जदों आउंदा गल गहां धर्म की, एक पिता एक सिक्किम भारत की, उदों अमीर आदमी नहीं मनते। जिन्हां दे हथ च पावर है वो नहीं मनते। उन्होंने पता असी धर्म के खिलाफ हाँ। अकाली दल नूं पता असी धर्म के खिलाफ हाँ, खिलाफत की है। अकाल तख्त नूं पता असी सिक्खी के खिलाफ हाँ। नहीं सिक्खी कित्थे गई, कित्थे गई सिक्खी? वो कहते सिक्खी का प्रचार नहीं होया। क्यों नहीं होया? क्यों नहीं होया? तुसीं होण नहीं दिता, हुण कर लो, हुण भी नहीं कर रहे। इत्थे मसला है। इन्होंने नहीं करना, हंकारी ने, साखत ने। साखत और संतां की लड़ाई है। गुरसिख संत है, कब्जा गुर धर्मां दे उत्ते कब्जा साखतां दा। सारे धर्मां ते साखतां दा कब्जा है। जिन्ने दुनिया के धर्म ने सारे ते साखतां दा कब्जा है। साखत स्वार्थी हुंदा है, राजियां दा कब्जा है, मायाधारियां दा कब्जा है। मायाधारी तन्ना बोला हुंदा है। हुण जे तां गुरसिखां ने, गरीबां ने इकट्ठे होना गुरु की गल मन के, तां इन्हां दे चुंगल चो हैगा छुटकारा, वरना होना ही नहीं। जे असीं भी स्वार्थी रहना गरीबां ने, तो उहदे च गरीबां नूं कोई फायदा नहीं, फायदा उन्होंने ही है। वोटां तो लै लैणियां ने झूठ बोल के, लालच दे के, फिर करना उही है जो करते हुंदे ने। ये तो हुण सारिआं नूं पता ही लग गया। हुण तुसीं जागना कि नहीं जागना, गरीबां ने एक होना है कि नहीं होना, ये तुहाडे ते है। हुण ना कोई मूर्ख ना कोई सियाणा, सब किछ वरते तेरा पाणा। हुण इहदे अर्थ असीं उल्ट समझे हुए ने। पंक्ति गुरु ग्रंथ साहब की बोली है ना, असीं समझे ने भी तेरा पाणा परमेश्वर का पाणा। वो परमेश्वर तो भाई कह रहा है आपां नूं, आदमी नूं कह रहा है, इत्थे कोई मूर्ख नहीं कोई सियाणा नहीं, तेरा भाणा ही वरतदा। चाहे तो तू अपने हथी अपना काम संभाल लै, चाहे अपने पैर कोहड़ा तो मारिया होया है ही तेरा। पैर कोहड़ा तो मारिया, गाफल अपने हाथों तो मार लिया था। हुण अपने हथी अपना आप ही का सवारना है कि नहीं सवारना। ये पंक्ति साडे खातर है, साडा अपना भाणा वरतदा। असीं की चाहुंदे हां? जिद्दण असीं ये पंक्ति का भेद समझ लिया, शब्द भेद कहंदे ने इहनूं। शब्द उही ने, अर्थां का भेद है, अर्थबोध। शब्द भेद जाने जान आई। ये शब्द का जो भेद जान लिया ना, फिर जाग जाणगे सारे। साउथ विच सारे जागे हुए ने। मैं उन्हां दियां सुणदा फेसबुक ते, जिन्नियां वो खोज करके लियाउंदे ने गल्लां हिंदू ने। सिखां नूं तां पता ही कख नहीं, सिखां नूं नहीं कख भी पता। सब तो बुद्धू धर्म के खेतर विच सिख ने, कख भी नहीं पता। है मनते ने असीं सिख हां, कुछ भी नहीं पता। ना गुरबाणी बारे पता, ना सिमरत शास्त्रां बारे पता, काह साहिब नहीं पता इन्हां नूं।
बस आ जोश है इन्हों को, आ जड़ा थोड़े तुम ढाडियां का, होर कुछ भी नहीं। बाणी के अर्थ सारे गलत ने, पुठे ने। टीके सारे रद्द करते। 2008 च टीके रद्द किए ने, मैं करवाए ने। 2008 तो लैके 21 तक कख नहीं वढ़िया उन्होंने, श्रोमणी कमेटी वाले ना वढ़न। हाल देख लो की हो गया, की हाल है हुण। अकाली दल का की हाल है, वो गुरु तो बेमुख होके, गुरु नाल गद्दारी करके इदों भी बुरा हाल हो। परमेश्वर ते भुलिया व्यापन सब रोग। जे रोग व्यापे ने सानू, तो परमेश्वर तो भुले हुए है। फिर असी मनते क्यों नहीं इस गल नूं? अपने अंदर झाकना पऊ सानू, नहीं इदों होर बुरा हाल हो जू। सिक्खी लै गए मुसलमान, लै गए। अद्धी तो उन्होंने को था ही पहलों तो ही। वो मुसलमान भी मूहरे हो गए लड़े ने साडे। मियाँ अमीर तो न्यों रखाई सी, एवें नहीं सी रखाई। होर सिख नहीं सी कोई। मियाँ अमीर तो न्यों रखाई सी, उन्होंने कोले कख पहला ही है, साडे कोल कोई भी नहीं। हिंदू भी नाल हैगे ने अपने बहुत, अजाट ने हुण सारे। वो कहते असीं सिख बनना। मैं क्या गाजीपुर बार्डर, मैं क्या भाई तुसीं बनना सिख, जिहड़ी सिक्खी साडे आ तुसीं मार्केट चाहे सिक्खी नहीं हैगी। ये सारे स्वार्थी ने। ये तो 8 भईए 9 चुल्हे ने, 32 जथेबंदियां ने इन्हां दियां, एक बना के दिखाउण। एक क्यों नहीं हुए? की गल है? स्वार्थ है, परमार्थ नहीं है, त्याग नहीं है किसी च। जिते सेवा है करनी है, उत्थे चौधर का की मतलब? सेवा दे विच चौधर का की मतलब? करनी तो सेवा अपन ने। तो गुरु घर दे विच तां सेवा ही प्रधान है। सेवा और सिदक दो चीज़ां ने ना। साडे सेवा ना सिदक दो ही नहीं हन। सिदक और सेवा दो ही नहीं हन। ये दसो कित्थे ने? बेअदबियां दा दौर बेअंत चल पिया। ये क्यों चल पिया? ये भी सानू देखना पऊ। असीं कितना कदम करते हैं? तुसीं कई बार देखा होगा दरबार साहब च, जे कोई बादल वर्गा चलिया जाए संगत उठ के भज लेंदी है उधर नूं, तो गुरु की नरादरी नहीं है। तो वह बड़ा हो गया, गुरु छोटा हो गया। ये असीं कीता होया करते हाँ, किसी ने इत्थे नहीं कहा क्यों करते हो। ये साडी अंदरली हालत है सिखां दी। अंदर झाक के देखो असीं कहे जे सिखां। एवें लोकां नाल लड़न का कोई फायदा नहीं। हुण 21वीं सदी है, ज्ञान का युग है, गल्लां का युग नहीं है। जब बैठोगे ना जाके अगले नाल ज्ञान की चर्चा करोगे, जब पता लगू भी तुसीं कित्थे हो कित्थे ने। 2000 ऐसे सन दे विच 17 फरवरी नूं रामपुर मैनू मुसलमानों ने प्रोग्राम सच खोज अकैडमी ने रखा। सैमीनार उन्होंने रखा रामपुर 9 सच खोज अकैडमी का। कोई 200 के करीब चंगा उन्होंने मुसलमान सूझवान इकट्ठा किया। मैनू कल्ले नूं बुलाया सी उत्थे। चलो सिखां दे विचों तो कल्ले नूं बुलाउणा ही सी, मेरी वो गल सी उत्थे। मैं उन्होंने 3 मिनट दे विच पिछले दे विच एक गल कही, 21 मिनट कुल लगे सी। कि जिहड़ी साडी अपनी अकल है ना, अपनी जिहड़ी अकल साडे कोल हुण है, ये साडी दुश्मन है। वो सारे हैरान, बड़े बड़े आलम बैठे। इन्हें की कहती है गल बई साडी जिहड़ी अकल है ना संसारी लोकां दी, हुण ये साडी दुश्मन है।
ਜਿੰਨਾ ਚਿਰ ਸਾਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੀ ਅਕਲ ਸਾਡੀ ਦੁਸ਼ਮਣ ਹੈ, ਉਹਨਾਂ ਚਿਰ ਗੁਰੂ ਵਾਲਾ ਰਾਹ ਨਹੀਂ ਲੱਭਦਾ ਤੁਹਾਨੂੰ। ਹੁਣ ਕਿਉਂ ਦੁਸ਼ਮਣ ਹੈ? ਪਹਿਲਾਂ ਤਾਂ ਸਾਡੇ ਕੋਲ ਇਹ ਅਕਲ ਸੀ, ਅਸੀਂ ਸੱਚਖੰਡ ਤੋਂ ਇਸ ਅਕਲ ਨਹੀਂ ਕਢਾਏ ਆ। ਜਦ ਕੋਈ ਪਰਿਵਾਰ ਹੁੰਦਾ ਵੱਡਾ, ਕੋਈ ਮੂਰਖ ਘਰ 'ਚ ਪਰਿਵਾਰ ਨਾਲ ਲੜਾਈ ਕਰੇ, ਇਕੱਲਾ ਹੀ ਨਾ ਬਣਾ ਕੇ ਰੱਖੇ, ਸਮਝਾਏ ਤੇ ਵੀ ਨਾ ਹਟੇ, ਫਿਰ ਉਹਨੂੰ ਕੀ ਕਰੀਦਾ? ਅੱਡ ਕਰ ਦਿੰਦੇ ਆ ਵੀ ਭਾਈ ਤੂੰ ਅੱਡ ਹੋ ਜਾ। ਰੋਜ਼ ਦੀ ਲੜਾਈ ਨੂੰ ਤਾਂ ਅੱਡ ਹੋਇਆ ਚੰਗਾ। ਸਿਆਣੇ ਆਦਮੀ ਉਹਨੂੰ ਵੱਖਰਾ ਕਰ ਦਿੰਦੇ ਨੇ। ਐਵੇਂ ਅਸੀਂ ਸੱਚਖੰਡ 'ਚੋਂ ਅੱਡ ਹੋ ਕੇ ਨਿਕਲੇ। ਆ ਜਿਹੜਾ ਹੈ ਨਾ ਲੋਕ, ਇਹ ਸੱਚਖੰਡ ਦੇ ਵਿੱਚ ਹੀ ਹੈ। ਇਹ ਭਵ ਸਾਗਰ ਹੈ, ਭਵ ਸਾਗਰ ਸੁਖ ਸਾਗਰ ਮਾਂ ਹੈ। ਗੁਰਬਾਣੀ ਨੂੰ ਜੇ ਵਿਚਾਰੋਗੇ ਫਿਰ ਪਤਾ ਲੱਗਣਾ। ਕੱਖ ਵੀ ਨਹੀਂ ਪਤਾ ਸਾਨੂੰ ਤਾਂ ਗੁਰਬਾਣੀ ਬਾਰੇ, ਐਵੇਂ ਰੌਲਾ ਪਾਈ ਜਾਂਦੇ ਆ ਖਾਮ ਖਾ। ਭਵ ਸਾਗਰ ਬਾਹਰ ਨਹੀਂ ਹੈ, ਵਿੱਚੇ ਹੈ। ਉਹਨੇ ਜਦ ਪਰਮੇਸ਼ਰ ਸਰਬ ਵਿਆਪੀ ਹੈ ਤਾਂ ਭਵ ਸਾਗਰ ਬਾਹਰ ਕਿਵੇਂ ਹੋ ਗਿਆ? ਬਾਹਰ ਤਾਂ ਕੋਈ ਜਗ੍ਹਾ ਹੀ ਨਹੀਂ ਹੈ। ਭਵ ਸਾਗਰ ਸੁਖ ਸਾਗਰ ਮਾਹੇ ਵਿੱਚ ਹੀ ਹੈ। ਪਰ ਸੁਖ ਸਾਗਰ ਸਾਡੇ ਕੋਲ ਗਿਆਨ ਇੰਦਰੇ, ਅੰਨੇ ਬੋਲੇ ਹਾਂ ਅਸੀਂ, ਸਾਡਾ ਸੰਪਰਕ ਨਹੀਂ ਹੈ ਉਹਦੇ ਨਾਲ। ਸਾਡੇ ਕੋਲ ਅੱਖਾਂ ਨੇ ਮਾਇਆ ਦੇਖਣ ਵਾਲੀਆਂ ਨੇ, ਅੰਦਰਲੀ ਅੱਖ ਸਾਡੀ ਬੰਦ ਹੈ। ਉਹ ਜਿਹਨੂੰ ਤੀਸਰਾ ਨੇਤਰ ਕਹਿੰਦੇ ਨੇ, ਉਹ ਖੁੱਲੂਗਾ ਫਿਰ ਦਿਖੂਗਾ। ਸੱਚਖੰਡ ਵਿੱਚ ਇੱਥੇ ਹੀ ਹੈ, ਕਿਤੇ ਹੋਰ ਨਹੀਂ ਹੈ। ਹੁਣ ਅਸੀਂ ਵੱਖਰੇ ਕਿਉਂ ਹੋ ਗਏ? ਸਾਡੀ ਮੱਤ ਨਹੀਂ ਮਿਲਦੀ ਗੁਰਮੱਤ ਨਾਲ। ਆ ਜਿਹੜੀ ਗੁਰੂ ਕੀ ਮੱਤ ਹੈ ਨਾ, ਗੁਰ ਕੀ ਮੱਤ, ਇਹਦੇ ਨਾਲ ਮੱਤ ਨਹੀਂ ਮਿਲਦੀ ਸਾਡੀ। ਸਾਨੂੰ ਅੱਡ ਕਰਤਾ। ਇੱਥੇ ਸਾਡੀ ਆਪਸ ਵਿੱਚ ਵੀ ਮੱਤ ਨਹੀਂ ਮਿਲਦੀ। ਮਿਲਦੀ ਹੈ ਕਿਸੇ ਦੀ? ਘਰਾਂ ਦੇ ਰੌਲੇ ਕਿਹੜੀ ਗੱਲ ਦੇ ਨੇ? ਝਗੜੇ ਕਿਹੜੀ ਗੱਲ ਦੇ ਨੇ? ਮੇਰੀ ਅਕਲ ਬੜੀ ਹੈ, ਮੇਰੀ ਮਰਜ਼ੀ ਚੱਲਣੀ ਚਾਹੀਦੀ ਹੈ। ਇਹ ਤਾਂ ਸਭਾ ਦੱਸੋ ਕੀ ਰੌਲਾ? ਹੋਰ ਵਿਚਾਰ ਕੇ ਦੇਖੋ। ਚਾਹੇ ਭਾਈ ਹੋਣ, ਚਾਹੇ ਪਿਓ ਪੁੱਤ ਹੋਣ, ਚਾਹੇ ਔਰਤ ਮਰਦ ਹੋਣ, ਝਗੜਾ ਇਸ ਗੱਲ ਦਾ ਵੀ ਮੇਰੀ ਚੱਲਣੀ ਚਾਹੀਦੀ ਹੈ। ਚਾਹੇ ਮੇਰੀ ਅਕਲ ਪੁੱਠੀ ਹੈ ਚਾਹੇ ਸਿੱਧੀ ਹੈ, ਇਹ ਗੱਲ ਦਾ ਝਗੜਾ। ਵਿਚਾਰ ਤਾਂ ਹੈ ਹੀ ਨਹੀਂ। ਵਿਚਾਰੋ ਭਾਈ ਕੀ ਠੀਕ ਹੈ ਕੀ ਗਲਤ ਹੈ, ਵਿਚਾਰ ਤਾਂ ਕਰਦੇ ਹੀ ਨਹੀਂ। ਜਿੱਦ ਹੈ ਵੀ ਮੇਰੀ ਚੱਲਣੀ ਚਾਹੀਦੀ ਹੈ। ਜਿੱਥੇ ਜਿੱਦ ਉੱਥੇ ਘਰ ਪਾੜ ਜੂਗਾ। ਮਸਲਾ ਇਹ ਨਹੀਂ ਹੈ ਗੁਰੂ ਘਰ ਦੇ ਵਿੱਚ ਬਈ ਆਦਮੀ ਔਰ ਬੀਬੀਆਂ ਬਰਾਬਰ ਨੇ ਜਾਂ ਨਹੀਂ ਬਰਾਬਰ। ਉਹ ਤਾਂ ਕਹਿੰਦੇ ਸਭ में ਜੋਤ ਜੋਤ ਹੈ ਸੋਈ। ਜੋਤ ਇੱਕੋ ਹੀ ਹੈ, ਦੋ ਹੈ ਹੀ ਨਹੀਂ। ਭਾਈ ਝਗੜਾ ਹੈਗਾ ਆਪਣੀ ਮਰਜ਼ੀ ਦਾ। ਆਪਣੀ ਮਰਜ਼ੀ, ਆਪਣੀ ਅਕਲ ਸਾਡੀ ਦੁਸ਼ਮਣ ਹੈ। ਇਹੀ ਝਗੜਾ ਕਰਾਉਂਦੀ ਹੈ। ਜੇ ਗੁਰੂ ਦੀ ਮਰਜ਼ੀ ਮਗਰ ਚੱਲੀਏ, ਗੁਰਮਤ ਮਗਰ, ਫਿਰ ਝਗੜਾ ਖਤਮ ਹੈ। ਉਹ ਅਸੀਂ ਲੈਂਦੇ ਨਹੀਂ। ਝਗੜਾ ਖਤਮ ਹੁੰਦਾ ਨਹੀਂ। ਜਦ ਕਬੀਰ ਜੀ ਕਹਿੰਦੇ ਨੇ ਹਮਰਾ ਝਗੜਾ ਰਹਾ ਨਾ ਕੋ, ਪੰਡਤ ਮੁੱਲਾ ਛਾੜੇ ਦੋ। ਪੰਡਤ ਵੀ ਛੱਡਤੇ, ਵਿਦਵਾਨ ਪੰਡਤ ਵੀ ਛੱਡਤੇ, ਮੁੱਲਾ ਵੀ ਛੱਡਤੇ। ਜੇ ਦੋਹਾਂ ਨੂੰ ਛੱਡ ਦਈਏ ਤਾਂ ਝਗੜਾ ਮਿਟਦਾ, ਨਹੀਂ ਝਗੜਾ ਨਹੀਂ ਮਿਟਦਾ। ਮੁੱਲਾ ਔਰ ਪੰਡਤ ਵਿਦਵਾਨ ਨੇ, ਉਹਨਾਂ ਕੋਲ ਆਪਣੀ ਮੱਤ ਹੈ, ਗੁਰੂ ਕੀ ਮੱਤ ਨਹੀਂ ਲੈਂਦੇ। ਤਾਂ ਕਿਹਾ ਗੁਰ ਕੀ ਮੱਤ ਤੂੰ ਲੈ ਹੋਏ ਆਣੇ, ਭਗਤੀ ਬਿਨਾ ਬਹੁ ਡੂਬੇ ਸਿਆਣੇ। ਬੜੇ ਬੜੇ ਸਿਆਣੇ ਡੁੱਬ ਗਏ, ਪੰਡਤ ਮੁੱਲਾ ਦੋਏ ਡੁੱਬ ਗਏ। ਆਪ ਡੁੱਬੇ ਚੌ ਭੇਦ ਮੈਂ ਚੇਲੇ ਦੇ ਬਹਾਏ। ਗੁਰਬਾਣੀ ਤਾਂ ਇਹ ਕਹਿੰਦੀ ਹੈ। ਇਸ ਲੈਵਲ ਤੇ ਨਾ ਕੋਈ ਕਹੇ, ਨਾ ਕਿਸੇ ਨੂੰ ਸਮਝਾ, ਨਾ ਕੋਈ ਗੱਲ ਕਰੇ, ਨਾ ਕੋਈ ਸੁਣਨ ਨੂੰ ਤਿਆਰ ਹੈ। ਇੱਥੇ ਜਾ ਕੇ ਗੁਰਬਾਣੀ ਦੀ ਗੁੜ੍ਹੀ ਖੁੱਲ੍ਹਣ ਲੱਗਦੀ ਹੈ। ਉੱਥੇ ਤਾਂ ਅਸੀਂ ਪਹੁੰਚੇ ਹੀ ਨਹੀਂ। ਉਹਦੇ ਨੇੜੇ ਵੀ ਨਹੀਂ ਗਏ। ਹਾਂ, ਅਸੀਂ ਅੱਡ ਕਰਤੇ ਉੱਥੇ ਆਪਣੀ ਅਕਲ ਨੇ। ਇੱਥੇ ਆ ਕੇ ਫਿਰ ਝਗੜਾ ਉਹੀ ਹੈ। ਹੁਣ ਪਰਮੇਸ਼ਰ ਨਹੀਂ ਚਾਹੁੰਦਾ
बाप ने अड करते, 4 पुत ने, चारे अड ने, फिर भी लड़ी जाते हैं। वो दुखी है, परमेश्वर दुखी है, असी लड़ते हाँ। सर्व की चिंता जिस मन मां है, सारिਆਂ ਦੀ चिंता है। ਉਹਦੇ क्यों? अपनी औलाद की चिंता होंदी है, औलाद की चिंता नहीं होंदी, ਉਹਨੂੰ ਸਾਡੀ चिंता, ਸਾਨੂੰ ਉਹਦੀ चिंता नहीं है। सर्व की चिंता जिस मन मां है, तिसते बिरथा कोई ना है। इत्थे बोलदी है गुरबाणी, अभी तो पढ़ी जाने, ਉਹਨੂੰ ਸਾਰਿਆਂ ਦੀ चिंता है। फिर की करता हो? फिर कदे गुरु नानक नूं भेजदा है, कदे भगत कबीर नूं भेजदा है, कदे नामदेव नूं भेजदा है, कदे रविदास नूं भेजदा भी इन्हां नूं अकल दे के आओ, समझा के आओ, लड़न ना, इन्हां नूं मत दे के आओ। आ मत इकट्ठी है, सारियां दी इक्को मत है। जे मत लै लीए झगड़ा मुक जू, सारे ही सुखी हो जाएंगे। पर असी की कहने, गुरबाणी कहते सुख नाही बहुता तन खट है। असी गल मनीए, जे मन लेंदे तो बहुता तन खट्टण दे वास्ते जिहड़ी मारा मारी है गुरद्वारे दीयां गोलकां दीयां लड़ाइयां होर ये क्यों करदे? चाहिदा तो सुख है, गुरबाणी हटाउंदी है सुख नहीं बहुता तन खट है। असी सुनियो नहीं ये गल, जे सुन ली तो मनी नहीं। कि ये नरादरी नहीं है गुरु की? कि असी आदर करते हैं गुरु की बाणी का, गुरु का? अंदर सोच के देखो, नरादरी असी करते हैं, कदे भी आदर नहीं किया। जिहड़ा आदर करू वो गुरु वाला बन जू। श्री चंद ने आदर नहीं किया, गुरबाणी का गुरु की गल नहीं मनी, गुरे ही तो रह गया। ते लैणे ने आदर किया, गुरु नानक बन गया। कि श्री चंद का भाई उन्हों का अपना खून का रिश्ता सी, उन्होंने गुरियाई उन्होंने क्यों ना देती? आदर नहीं सी उहदे अंदर, गुरु नानक प्रति आदर नहीं सी, बचन नहीं सी मनदा गुरु नानक दा। ते जे किसी बाप का आदर कौन करता है? जिहड़ा अपने बाप की गल मन्ने, वो आदर करता। बच्चा होवे माँ बाप की गल मन्ने, किन्ना सानू प्यारा लगता है। जे ना मन्ने, विरोध करे, किन्ना बुरा लगता है। जे असी गुरबाणी नूं नहीं मनते तो परमेश्वर साडे नाल अंदरों नाराज है। जिमें असी अपनी औलाद नाल नाराज वो नहीं होऊ। सूरज असी बनाया है, टाइम ते चढ़ता, मीह असी पाउने आ, टाइम ते पैंदा। वो सब कुछ अपनी ड्यूटी कर रहा है, असी अपनी ड्यूटी नहीं कर रहे। उहदे प्रति अपने प्रति वो नहीं कर रहे। फायदा तो साडा ही है, उसका की नुकसान है? हुण उन्हें इन्ने पैगंबर भेजे मुसलमानों नूं। मैं क्या मुसलमान कुरान भेजी, पैगंबर भेजे, साडे वास्ते भी सुखी रहने है, अकल ले लैण। पर वो अकल लैण दे असी क्यों नहीं? कि अड़िका है उस अकल दे विच लैण च? वो किहड़ी चीज़ है सानू गुरबाणी मनण तो जिहड़ी रोकदी है, या कुरान मनण तो मुसलमानों नूं रोकदी है, या वेद मनण तो हिंदुआं नूं रोकदी है? वो किहड़ी शक्ति है? जिदन असीं उस शक्ति तक पहुँच के लभ लिया, उधर सानू समझ आ जूगी गल की है। वो साडी अपनी अकल है जिहड़ी गुरु की मत नहीं लैण दिंदी, गुरबाणी नहीं मनण दिंदी। वो साडी दुश्मन तां है। जे किसी नूं भुलेखा होवे मैनूं जद मर्जी पुछ लिओ, वो दस्से भी मैं गलत कहा।
ਸਾਡੀ ਅਕਲ ਸਾਡੀ ਦੁਸ਼ਮਣ ਹੈ। ਇਹ ਉਲਝੀ ਹੋਈ ਹੈ, ਉਲਝੀ ਹੋਈ। ਭਗਤ ਕਬੀਰ ਜੀ ਨੇ ਕਿਹਾ ਚੱਜਾ ਉਲਝੀ ਸੁਰਜ ਨਹੀਂ ਜਾਣਾ। ਇਹ ਉਲਝਣ ਜਾਣਦੀ ਹੈ ਮਤ, ਉਲਝੀ ਹੋਈ ਹੈ, ਪਤਾ ਹੀ ਨਹੀਂ ਹੈ ਮੈਂ ਕੌਣ। ਮੈਂ ਕੀ ਹਾਂ ਪਤਾ, ਕੋਈ ਦੱਸੇ ਮੈਂ ਕੌਣ। ਜੋ ਬੋਲ ਰਿਹਾ ਉਹ ਕੌਣ ਹੈ ਸਰੀਰ ਵਿੱਚ, ਉਹ ਕੀ ਹੈ, ਉਹਦੇ ਬਾਰੇ ਦੱਸੇ। ਉਹ ਆਤਮ ਗਿਆਨ ਹੈ, ਆਤਮ ਗਿਆਨ ਇਹਦੇ ਵਿੱਚ ਹੈ। ਤੂੰ ਕੀ ਹੈ, ਤੂੰ ਕੌਣ ਹੈ, ਕਿਉਂ ਇੱਥੇ ਫਸਿਆ, ਕਿਵੇਂ ਨਿਕਲ ਸਕਦਾ, ਇਹ ਸਾਰਾ ਇਹਦੇ ਦੱਸਿਆ ਹੋਇਆ ਹੈ। ਕਿਵੇਂ ਸੁਖੀ ਰਹਿ ਸਕਦਾ ਇੱਥੇ, ਇੱਥੇ ਵੀ ਸੁਖੀ। ਲੋਕ ਸੁਖੀ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਹ ਉਪਦੇਸ਼ ਹੈ ਗੁਰਬਾਣੀ ਦਾ। ਅਸੀਂ ਕੀ ਕਰਨ ਆਉਂਦੇ ਹਾਂ, ਅਸੀਂ ਆਪੇ ਮੱਥਾ ਟੇਕ ਕੇ ਸੁੱਖਾਂ ਮਨਾਉਣ ਆਉਂਦੇ ਹਾਂ ਇੱਥੇ। ਉਹ ਤਾਂ ਲਿਖਿਆ ਨਹੀਂ ਹੋਇਆ ਕਿਤੇ, ਉਹ ਤਾਂ ਦੰਦਾ ਦੇ ਲੈਂਦੇ ਥਕ ਪਾਏ, ਪਹਿਲੇ ਲਿਖਿਆ ਉਹਨਾਂ ਨੇ। ਸਾਡੀ ਆਪਣੀ ਅਕਲ ਦੇ ਅਰਥ ਨੇ ਜਿਹੜੇ ਅਸੀਂ ਲਈ ਬੈਠੇ ਹਾਂ। ਇਹ ਵਿਦਵਾਨਾਂ ਦੇ ਅਰਥ ਨੇ, ਬੁੱਧੀਵਾਨਾਂ ਦੇ ਅਰਥ ਨਹੀਂ ਹੈ। ਇਹ ਪ੍ਰਚਾਰ ਜਿਹੜਾ ਹੋ ਰਿਹਾ ਉਹ ਸਾਡੇ ਕੋਲ, ਜੋ ਪ੍ਰਚਾਰ ਹੋਇਆ ਉਹਦਾ ਸਿੱਖੀ ਸਾਡੇ ਕੋਲ ਹੈ ਅੱਜ। ਜਿਸ ਵਕਤ ਗੁਰੂ ਸਾਹਿਬ ਨੇ ਪ੍ਰਚਾਰ ਕੀਤਾ ਹੈ, ਸਿੱਖ ਹੋਏ, ਉਹਨਾਂ ਦਾ ਪ੍ਰੇਮ ਹੋਇਆ ਆਪਸ ਵਿੱਚ ਹੀ, ਏਕਤਾ ਹੋਈ। ਉਹ ਏਕਤਾ ਦੀ ਸ਼ਕਤੀ ਸੀ ਕਿ ਉਹਨਾਂ ਨੇ 4 ਜੰਗਾਂ ਲੜੀਆਂ ਛੇਵੇਂ ਪਾਤਸ਼ਾਹ ਨੇ, ਗੋਡੀਆਂ ਲਵਾਤੀਆਂ। ਅੱਜ ਅਸੀਂ ਪੋਜੀਸ਼ਨ 'ਚ ਹਾਂ। ਅੱਜ ਕੀ ਹੈ, ਅੱਜ ਅਸੀਂ ਕਹਿੰਦੇ ਸਿੱਖਾਂ ਨੂੰ ਕੋਈ ਲੀਡਰ ਨਹੀਂ ਮਿਲਿਆ। ਕੌਣ ਕਹਿੰਦਾ ਨਹੀਂ ਮਿਲਿਆ ਲੀਡਰ? ਲੀਡਰ ਤਾਂ ਮਿਲਿਆ ਸੀ, ਅਕਾਲੀ ਫੂਲਾ ਸਿੰਘ ਮਿਲਿਆ ਸੀ, ਖੂੰਜੇ ਲਾਤਾ ਅਗਲੇ ਨੇ ਚੱਕ ਕੇ। ਰਣਜੀਤ ਸਿੰਘ ਨਹੀਂ, ਡੋਗਰਿਆਂ ਨਾਲ ਰਲ ਕੇ ਲਾਇਆ ਨਹੀਂ। ਉਹ ਤਾਂ ਬ੍ਰਹਮ ਬੂਟਾ ਹੈ, ਸ੍ਰੀ ਚੰਦ ਦਾ, ਉਹ ਲਿਆਂਦਾ। ਉਹ ਲੀਡਰ ਜੇ ਲੀਡਰ ਦੀ ਮਗਰ ਕੌਣ ਲੱਗਦਾ ਹੈ? ਗੁਰੂ ਨਾਨਕ ਲੀਡਰ ਨਹੀਂ ਮਿਲਿਆ ਸਿੱਖਾਂ ਨੂੰ? ਪੁੱਛਿਆ ਕਿਸੇ ਨੇ? ਕੁਰਾਈਆ ਕਹਿੰਦੇ ਤੇ। ਉਹ ਲੀਡਰਾਂ ਦੀ ਕਦਰ ਪਾਉਣੀ ਨਹੀਂ ਆਉਂਦੀ, ਲੀਡਰ ਨਹੀਂ ਮਿਲਿਆ। ਸਵਾਰਥੀ ਆਪ ਨੇ, ਸਵਾਰਥੀ ਲੀਡਰ ਨੇ। ਉਹ ਇਹਨਾਂ ਨੂੰ ਲੱਡੂ ਦਿਖਾ ਦਿੰਦੇ ਨੇ ਵੀ ਆਹ ਦੇਵਾਂਗੇ ਤੁਹਾਨੂੰ, ਉਹ ਦੇਵਾਂਗੇ, ਵੋਟਾਂ ਪਾ ਦਿੰਦੇ ਨੇ, ਪਾੜ ਲੈਂਦੇ ਨੇ, ਰਾਜ ਕਰੀ ਜਾਂਦੇ ਨੇ ਤੇ ਇਹਨਾਂ ਨੂੰ ਲੁੱਟੀ ਜਾਂਦੇ ਨੇ। ਬੰਦੇ ਬਹਾਦਰ ਤੋਂ ਲੈ ਕੇ ਦੱਸੋ ਤੁਹਾਨੂੰ ਕੀ ਮਿਲਿਆ, ਮਿਸਲਾਂ ਤੋਂ ਲੈ ਕੇ ਆਮ ਸਿੱਖਾਂ ਨੂੰ ਕੀ ਮਿਲਿਆ? ਜਿਹੜਾ ਬਿਹੇਵੀਅਰ ਦੂਏ ਰਾਜੇ ਕਰਦੇ ਸੀ ਮੁਸਲਮਾਨ, ਉਹੀ ਬਿਹੇਵੀਅਰ ਇਹਨਾਂ ਨੇ ਕੀਤਾ ਸਾਰੇ ਰਾਜਿਆਂ ਨੇ। ਇਹ ਦੱਸੋ ਕਿਹੜਾ ਚੰਗਾ ਬਿਹੇਵੀਅਰ ਕੀਤਾ ਆਮ ਜਨਤਾ ਨਾਲ? ਉਹੀ ਅਕਾਲੀਆਂ ਨੇ ਕੀਤਾ। ਲੀਡਰ ਨਹੀਂ ਚੰਗੇ ਮਿਲੇ ਸਾਨੂੰ, ਲੀਡਰ ਦੀ ਪਛਾਣੇ ਨਹੀਂ। ਅਸੀਂ ਲੀਡਰ ਪੈਦਾ ਕਰਨੇ ਹੁੰਦੇ ਨੇ ਵਿੱਚੋਂ। ਸੰਗਤ ਸਮੁੰਦਰ ਹੁੰਦੀ ਹੈ, ਅਸੀਂ ਆਪਣੇ ਔਗਣ ਨਹੀਂ ਜਾਣਦੇ, ਅਸੀਂ ਆਪ ਸਵਾਰਥੀ ਹਾਂ। ਜੇ ਸਵਾਰਥੀ ਹਾਂ, ਸਵਾਰਥੀ ਸਿੱਖ ਹੁੰਦਾ ਹੀ ਨਹੀਂ। ਸਵਾਰਥੀ ਸਿੱਖ ਨਹੀਂ ਹੁੰਦਾ, ਲੋਭੀ ਸਿੱਖ ਨਹੀਂ ਹੁੰਦਾ। ਕਹਿੰਦਾ ਮਨਮੁਖ ਮੁੱਢੋਂ ਭੁੱਲਿਆ, ਵਿੱਚ ਲੱਭ ਲੋਭ ਹੰਕਾਰ। 3 ਚੀਜ਼ਾਂ ਇਕੱਠੀਆਂ ਹੁੰਦੀਆਂ ਨੇ, ਲੱਭ ਲੋਭ ਹੰਕਾਰ ਇਕੱਠੇ ਹੀ ਹੁੰਦੇ ਨੇ। ਤੇ ਹੰਕਾਰ ਤਾਂ ਹਉਮੈ ਦਾ ਨਾਮਾਂ ਨਾਲ ਵਿਰੋਧ ਹੈ। ਹੰਕਾਰ ਤਾਂ ਵਿਰੋਧ 'ਚ ਹੈ ਨਾਮ ਦੇ। ਗੁਰਬਾਣੀ ਨਾਮ ਹੈ, ਉਹ ਵਿਰੋਧ 'ਚ ਹੈ। ਅਸੀਂ ਵਿਰੋਧ 'ਚ ਖੜੇ ਹਾਂ ਗੁਰਬਾਣੀ ਦੇ। ਅਕਾਲ ਤਖਤ ਦੀ ਛਤਰ ਛਾਇਆ ਹੇਠ ਗੁਰਬਾਣੀ ਜਿਹੜੀ ਹੈ ਨਾ, ਗੁਰਮਤਿ
ਉਹਦੀ ਸਮਾਪਤੀ ਹੋਈ ਹੈ, ਭੋਗ ਪਿਆ। ਸਿੱਖੀ ਦਾ ਭੋਗ ਅਕਾਲ ਤਖਤ ਦੀ ਛਤਰ ਛਾਇਆ ਹੇਠ ਹੋਇਆ, ਔਰ ਹੋ ਰਿਹਾ ਹੁਣ ਵੀ। ਜਾਂ ਮੈਨੂੰ ਦੱਸੋ ਕਿੱਥੇ ਨਹੀਂ ਹੋ ਰਿਹਾ? ਸੰਗ 'ਚ ਬੈਠ ਕੇ ਗੱਲ ਕਰਨ, ਸਾਰੇ ਧਰਮਾਂ 'ਚ ਬੈਠ ਕੇ ਗੱਲ ਕਰਨ। ਉਹ ਵਕਤ ਆ ਗਿਆ, ਸਮਾਂ ਆ ਗਿਆ। ਔਰ ਇਹ ਵੀ ਮੈਂ ਦੱਸ ਦਿੰਦਾ, ਦੁਨੀਆ ਨੇ ਸਿੱਖੀ ਨੂੰ ਮੰਨ ਲੈਣਾ, ਸਿੱਖਾਂ ਨੇ ਸਭ ਤੋਂ ਬਾਅਦ 'ਚ ਮੰਨਣਾ। ਇਹ ਵੀ ਤੁਸੀਂ ਧਿਆਨ ਰੱਖਿਓ। ਬਹੁਤ ਵਾਰ, ਮੈਂ 20 ਸਾਲ ਹੋ ਗਏ ਗੱਲ ਕਹਿੰਦੇ ਨੂੰ, ਹਿੰਦੂ ਜਿਹੜੇ ਸੀ ਉਹਨਾਂ ਨੇ ਖਿਲਾਫਤ ਕੀਤੀ ਗੁਰੂ ਨਾਨਕ ਦੀ ਭਗਤਾਂ ਦੀ। ਇੱਥੇ ਪੈਦਾ ਹੋਏ ਭਗਤ ਸਾਰੇ ਹਿੰਦੂਆਂ ਨੇ ਉਹਨਾਂ ਦੀ ਖਿਲਾਫਤ ਕੀਤੀ। ਹਿੰਦੂ ਇਹ ਹੁਣ ਕਰ ਰਹੇ ਨੇ। ਅਸੀਂ ਕਹਿਣ ਨੂੰ ਸਿੱਖਾਂ, ਹਿੰਦੂ ਹਾਂ। ਜੇ ਗੁਰਬਾਣੀ ਦਾ ਵਿਰੋਧ ਕਰ ਰਹੇ ਨੇ ਤਾਂ ਹਿੰਦੂ ਹਾਂ, ਜੇ ਸਾਖਤਾਂ ਤਾਂ ਹਿੰਦੂ ਹਾਂ, ਜੇ ਗੁਰੂ ਦੀ ਗੱਲ ਨਹੀਂ ਮੰਨਦੇ ਤਾਂ ਹਿੰਦੂ ਹਾਂ। ਹਿੰਦੂ ਹੋਰ ਕੀ ਹੁੰਦਾ? ਅੰਨਾ ਹੁੰਦਾ। ਜੇ ਅਸੀਂ ਸੰਸਾਰ ਨੂੰ ਸੱਚ ਕਰਕੇ ਮੰਨਦੇ ਹਾਂ, ਕਹਿੰਦੇ ਸੋਇਆ ਹੈ ਤੂੰ ਜਾਗ ਆਣਾ, ਤੈ ਜੀਵਨ ਜਗ ਸੱਚ ਕਰ ਜਾਣਾ। ਅਸੀਂ ਸੱਚ ਕਰਕੇ ਜਾਣਿਆ ਨਾ ਜੀਵਨ ਜਗ, ਸੱਚ ਕਰਕੇ ਜਾਣਿਆ ਹੋਇਆ, ਫਿਰ ਹਿੰਦੂ ਆ। ਪਲਟੇ ਕਾ ਸੀ ਇਹ ਨਾ ਸੱਚੀਆਂ ਗੱਲਾਂ ਕੌੜੀਆਂ ਲੱਗਣ ਗੁਰਬਾਣੀ ਦੀਆਂ ਨੇ, ਮੈਨੂੰ ਕੋਈ ਲੈਣਾ ਦੇਣਾ ਨਹੀਂ ਇਹਦੇ ਨਾਲ। ਜਿਹੜਾ ਕੌੜੀ ਦਵਾਈ ਜ਼ਰੂਰ ਹੈ ਸੱਚ ਦੀ, ਸੱਚ ਕੌੜਾ ਹੁੰਦਾ। ਜਿਹੜਾ ਖਾ ਲੂਗਾ, ਜੇ ਕੋ ਖਾਵੇ ਜੇ ਕੋ ਪਹੁੰਚੈ ਤਿਸ ਕਾ ਹੋਏ ਉਧਾਰੋ। ਲੋਕ ਸੁਖੀ ਪਰ ਲੋਕ ਸੁਹੇਲਾ ਵੀ ਹੋ ਜਾਊਗਾ। ਦਵਾਈ ਬਹੁਤ ਕੌੜੀ ਹੈ ਪਰ ਫਾਇਦਾ ਵੀ ਬਹੁਤ ਕਰਦੀ ਹੈ। ਰੋਗ ਵੀ ਸਾਰੇ ਜੜੋਂ ਕੱਢ ਦਿੰਦੀ ਹੈ। ਇਹ ਉਹ ਐਸਾ ਦਾਰੂ ਲੋੜ ਲਹੋ ਜੋ ਬੰਝੇ ਰੋਗਾਂ ਕਹਾਣ, ਸਾਰੇ ਰੋਗਾਂ ਨੂੰ ਨਾਸ਼ ਕਰ ਦਿੰਦੀ ਹੈ। ਦਵਾਈ ਵੀ ਐਸੀ ਹੈ ਪਰ ਕੌੜੀ ਬਹੁਤ ਹੈ। ਜੇ ਸੱਚ ਨਾ ਬੋਲੀਏ ਫਿਰ ਗੁਰੂ ਦੇ ਦੇਣਦਾਰ। ਜੇ ਤਾਂ ਗੁਰਬਾਣੀ ਨੂੰ ਅਸੀਂ ਤੋੜ ਮਰੋੜ ਕੇ ਬੋਲੀਏ ਫਿਰ ਤਾਂ ਗੁਰੂ ਦੇ ਦੇਣਦਾਰ। ਇਸੇ ਕਰਕੇ ਮੈਂ ਗੁਰਦੁਆਰਾ ਨਹੀਂ ਜਾਂਦਾ, ਮੈਂ ਨਹੀਂ ਬੋਲਦਾ। ਇਹ ਤਾਂ ਉਹਨੇ ਕਹਿਣ ਲੱਗ ਗਏ ਤਾਂ ਆ ਗਿਆ। ਮੈਂ ਕਿਹਾ ਮੈਂ ਇੰਨਾ ਵੀ ਫਰਕ ਨਹੀਂ ਪਾਉਣਾ, ਚਾਹੇ ਸੰਗਤ ਨਾਰਾਜ਼ ਹੋਵੇ ਚਾਹੇ ਨਾ ਹੋਵੇ। ਜੇ ਕਹੋ ਤਾਂ ਮੈਂ ਆਊਂਗਾ, ਮੈਂ ਨਹੀਂ ਜਾਂਦਾ ਬਾਬਾ, ਰੱਬ ਦਾ ਵਾਸਤਾ, ਮੈਂ ਦੂਰੇ ਠੀਕ ਹਾਂ। ਮੈਨੂੰ ਕਿਹੜਾ ਕੋਈ ਲਾਲਚ ਹੈ? ਮੈਨੂੰ ਇਹੀ ਲਾਲਚ ਹੈ ਕਿ ਜਿੰਨੀ ਸੰਗਤ ਗੁਰੂ ਦੇ ਨੇੜੇ ਆ ਜਾਵੇ, ਸਾਡਾ ਟੱਬਰ ਵੱਧ ਜਾਵੇ, ਇਹ ਲਾਲਚ ਹੈ। ਗੁਰੂ ਦਾ ਪਰਿਵਾਰ ਵੱਧ ਜਾਵੇ, ਗੁਰੂ ਦਾ ਪਰਿਵਾਰ ਜਿੰਨਾ ਰੋਗੀ ਹੈ ਠੀਕ ਹੋ ਜਾਵੇ, ਇਹ ਲਾਲਚ ਹੈ, ਹੋਰ ਕੋਈ ਲਾਲਚ ਨਹੀਂ। ਗੁਰੂ ਕੀ ਕਹਿੰਦਾ? ਕਹਿੰਦਾ ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਉਹਨੇ ਤਾਂ ਬੇੜੇ ਚੜਾਇਆ ਤਾਂ ਅਸੀਂ ਛਾਲਾ ਮਾਰ ਕੇ ਉਤਰ ਗਏ। ਉਹ ਸਮੁੰਦਰ ਦੇ ਵਿੱਚ ਜਹਾਜ਼ 'ਚ ਬੈਠੇ ਹੋਏ ਛਾਲਾ ਮਾਰ ਕੇ ਉਤਰ ਜੀਏ, ਲਹਿਰਾਂ 'ਚ ਗੋਤੇ ਖਾਂਦੀਏ, ਤੇ ਬੇਵਕੂਫੀ ਸਾਡੀ ਆ ਕਿਹਦੀ ਹੈ? ਅਸੀਂ ਕਹਿੰਦਾ ਵੀ ਚੜਿਆਓ ਬੇੜੇ, ਚੜਿਆਓ, ਇਹ ਜਿਹੜੇ ਗੋਤੇ ਖਾਂਦੇ ਹੋ ਬਚ ਜਾਓਗੇ। ਫਿਰ ਬਈ ਤੁਸੀਂ ਆਪਣੀ ਬੇਵਕੂਫੀ ਨਾਲ ਉਤਰੇ ਹੋ, ਇਹ ਹੈ ਉਹ ਹੈ। ਆਹੀ ਗੱਲਾਂ ਨੇ ਗੁਰਬਾਣੀ ਕਹਿੰਦੀ। ਜੇ ਗੁਰ ਝਿੜਕੇ, ਇਹ ਵੀ ਗੱਲ ਕਹੀ ਸੀ, ਇਹ ਵੀ ਗੱਲ ਕਹੀ ਸੀ ਗੁਰਬਾਣੀ 'ਚ। ਜੇ ਗੁਰ ਝਿੜਕੇ ਤਾਂ ਮੀਠਾ ਲਾਗੇ। ਉਹ ਜੇ ਮਾਂ ਬਾਪ ਝਿੜਕਦਾ ਹੁੰਦਾ ਉਹ ਸਾਡੇ ਫਾਇਦੇ ਖਾਤਰ ਝਿੜਕਦਾ ਹੁੰਦਾ। ਅਸੀਂ ਨਹੀਂ ਬੱਚਿਆਂ ਨੂੰ ਝਿੜਕਦੇ ਆਪਣੇ ਨੂੰ ਬੁਰੇ ਕੰਮ ਤੋਂ, ਪੁੱਠੇ ਕੰਮ ਤੋਂ ਹੀ ਝਿੜਕਦੇ ਹਾਂ ਵੀ ਇਹ ਸੁਖੀ ਵਸਣ, ਚੰਗੇ ਰਾਹ ਪੈਣ। ਉਹਨਾਂ ਨੂੰ ਚਿੰਤਾ ਹੁੰਦੀ ਹੈ। ਨਹੀਂ ਤਾਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਪੰਡਤੇ ਮੁੱਖੋਂ ਮਿੱਠੇ। ਜੇ ਤਾਂ ਮੈਂ ਨੋਟਾਂ ਦਾ ਢੇਰ ਲਾਉਣਾ ਹੋਵੇ ਤਾਂ ਮੈਂ ਮਿੱਠੀਆਂ ਗੱਲਾਂ ਕਰਾਂ। ਪਹਿਲੀ ਗੱਲ ਤਾਂ ਮੈਂ ਕਿਸੇ ਨੂੰ ਪਸੰਦ ਹੀ ਨਹੀਂ ਕਰਦਾ। ਇਹ ਧਰਮ ਹੈ, ਧੰਦਾ ਨਹੀਂ ਹੁੰਦਾ।
ਤੈਨੂੰ ਧੰਦਾ ਕਦੇ ਵੀ ਨਹੀਂ ਬਣਾਈਦਾ। ਇਹ ਬੇਵਕੂਫੀ ਹੈ ਸਾਡੀ ਜਿਹੜੀ ਅਸੀਂ ਪੈਸੇ ਦੇਈ ਜਾਂਦੇ ਆ ਕੇ। ਬਿਲਕੁਲ ਵੀ ਨਹੀਂ ਚਾਹੀਦਾ। ਅੱਜ ਚਲੇ ਜਾਓ ਕੋਈ ਪੈਸਾ ਹੁੰਦਾ ਹੀ ਨਹੀਂ। ਸਾਡੀ ਗੋਲਕ ਵੀ ਗਲਤ ਹੈ। ਗੋਲਕ ਨਹੀਂ ਚਾਹੀਦੀ, ਬਾਹਰ ਚਾਹੀਦੀ ਹੈ। ਜੇ ਚਾਹੀਦੀ ਹੈ ਕਿਤੇ ਹੋਰ ਕਰ ਲਓ ਪੈਸੇ ਇਕੱਠੇ। ਪੈਸਾ ਨਹੀਂ ਲੋੜ ਹੁੰਦੀ ਇੱਦਾਂ। ਇਹ ਸਾਡਾ ਸਿਸਟਮ ਹੈ, ਸਾਰਾ ਗਲਤ ਹੋ ਗਿਆ। ਇਸੇ ਕਰਕੇ ਸਾਡੇ ਗੁਰਦੁਆਰਿਆਂ ਲੜਾਈਆਂ ਨੇ, ਝਗੜੇ ਨੇ। ਮਾਇਆ ਜਿਹੜੀ ਹੈਗੀ ਹੈ, ਮਾਇਆ ਤੋਂ ਦੂਰ ਕਰਦੀ ਹੈ ਗੁਰਬਾਣੀ। ਜਿੱਥੇ ਗੁਰੂ ਦੀ ਗੱਲ ਚੱਲਦੀ ਹੈ ਉੱਥੇ ਮਾਇਆ, ਉਹ ਤਾਂ ਧਿਆਨ ਦੂਏ ਪਾਸੇ ਚਲੇ ਜਾਂਦਾ ਸਾਰੇ ਲੋਕਾਂ ਦਾ। ਇਸ ਕਰ ਜੇ ਗੁਰ ਝਟਕੇ ਤਾਂ ਮਿੱਠਾ ਲਾਗੇ। ਜੇ ਤਾਂ ਲੱਗ ਗਿਆ ਮਿੱਠਾ ਫਿਰ ਤਾਂ ਬਣ ਗਿਆ ਸੋਨਾ। ਜੇ ਕੌੜਾ ਲੱਗ ਗਿਆ ਫਿਰ ਸ੍ਰੀ ਚੰਦ ਬਣ ਗਿਆ। ਮਿੱਠਾ ਲੱਗ ਗਿਆ ਲੈਣਾ ਬਣ ਗਿਆ, ਕੌੜਾ ਲੱਗ ਗਿਆ ਸ੍ਰੀ ਚੰਦ ਬਣ ਗਿਆ। ਪਿੱਛੇ ਇਵੇਂ ਬਣਦੇ ਆਏ ਨੇ। ਮਿੱਠਾ ਲੱਗ ਗਿਆ ਅਮਰਦਾਸ ਬਣ ਗਿਆ, ਕੌੜਾ ਲੱਗ ਗਿਆ ਦਾਤੂ ਦਾਸੂ ਬਣ ਗਿਆ। ਲੱਤ ਮਾਰੀ ਜਾ ਕੇ ਗੁਰੂ ਅਮਰਦਾਸ ਦੇ। ਏਦਾਂ ਹੀ ਹੁੰਦਾ ਹੈ ਪਿੱਛੋਂ। ਉਹ ਆਪਣੇ ਵਰਗੇ ਹੀ ਸੀ ਸਾਰੇ। ਸੋ ਗੁਰਬਾਣੀ ਹੈ ਜਿਹੜੀ, ਜਿਹੜੇ ਐਂਗਲੋਂ ਅਸੀਂ ਉਹਨੂੰ ਪੜ੍ਹਦੇ ਹਾਂ, ਪੜ੍ਹ ਗੱਡੀ ਲੱਦੀ ਹੈ। ਇਹ ਕਾਹਤੇ ਕਿਹਾ ਸੀ ਬਈ ਕਿ ਅਸੀਂ ਉਹੀ ਕੰਮ ਨਹੀਂ ਕਰਦੇ? ਨਿਤਨੇਮ ਕੀ ਹੈ? ਗੱਡੀ ਲੱਦੀ ਹੈ। ਗੁਰਬਾਣੀ ਤਾਂ ਕਿਤੇ ਨਿਤਨੇਮ ਦੀ ਗੱਲ ਨਹੀਂ ਕੀਤੀ, ਵਿਚਾਰ ਦੀ ਗੱਲ ਕੀਤੀ ਹੈ। ਵਿਚਾਰ ਕੀਤੀ ਨਹੀਂ, ਪੜ੍ਹ ਗੱਡੀ ਲੱਦੀ ਹੈ। ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਨ। ਅਕਲੀ ਪੜ੍ਹ ਕੇ ਬੁੱਝੀਏ। ਜੇ ਪੜ੍ਹਨਾ ਹੈ ਅਕਲ ਉੱਥੇ ਬੁੱਝੋ ਵੀ ਲਿਖਿਆ ਕੀ ਹੋਇਆ, ਮੈਂ ਕਰਨਾ ਕੀ ਹੈ। ਅਕਲੀ ਕੀਜੇ ਦਾਨ, ਦੂਏ ਨੂੰ ਦੱਸਣਾ ਉਹ ਵੀ ਅਕਲ ਨਾਲ ਵਿਚਾਰ ਕੇ ਦੱਸੋ। ਅਸੀਂ ਤਾਂ ਜੋ ਬੇਅਕਲੀ ਦੀਆਂ ਗੱਲਾਂ ਕਰੀ ਜਾਂਦੇ ਹਾਂ। ਰਿਜ਼ਲਟ ਤੁਹਾਡੇ ਸਾਹਮਣੇ। ਸਿੱਖੀ ਕਿਤੇ ਨਹੀਂ ਹੈ ਸਿੱਖਾਂ ਕੋਲ। ਭੁਲੇਖਾ ਤੁਹਾਨੂੰ ਸਿੱਖੀ ਦਾ। ਸ਼੍ਰੋਮਣੀ ਕਮੇਟੀ ਬਣਦੀ ਹੈ ਵੀ ਸਿੱਖੀ ਹੈ ਨਹੀਂ। ਬਹੁਤ ਦੁੱਖ ਦੀ ਗੱਲ ਹੈ, ਬੇਇੱਜ਼ਤੀ ਦੀ ਵੀ ਗੱਲ ਹੈ। ਦੁਨੀਆ ਨੂੰ ਪਤਾ ਲੱਗ ਗਿਆ ਵੀ ਸਿੱਖ ਖਾਲੀ ਨੇ ਸਿੱਖੀ ਤੋਂ। ਜਿਹੜਾ ਸਤਿਕਾਰ ਹੈ ਖਤਮ ਹੋ ਜਾਣਾ ਹੈ। ਹਾਲ ਭੁਲੇਖਾ ਲੋਕਾਂ ਨੂੰ। ਇੱਕੋ ਹੀ ਗੱਲ ਹੈ ਤੁਹਾਡੇ ਚੋਂ, ਲੰਗਰ ਵਾਲੀ। ਇਹ ਗੱਲ ਹੈ ਗੁਰੂ ਦੇ ਪ੍ਰੇਮ ਵਾਲੀ, ਹੱਠ ਵਾਲੀ। ਗਿਆਨ ਦੀ ਕਮੀ ਹੈ, ਉਹ ਕਮੀ ਪੂਰੀ ਕਰਨੀ ਪੈਣੀ ਹੈ ਗਿਆਨ ਦੀ। ਗਿਆਨ ਬਿਨਾਂ ਪ੍ਰੇਮ ਨਹੀਂ ਹੋਣਾ ਆਪਸ ਵਿੱਚ ਹੀ। ਪ੍ਰੇਮ ਬਿਨਾਂ ਗੱਲ ਨਹੀਂ ਬਣਨੀ। ਜਿਨ ਪ੍ਰੇਮ ਕੀ ਉਹ ਤੇ ਨਹੀਂ ਪਰ ਪਾਇਓ। ਸਾਡਾ ਪ੍ਰੇਮ ਇਸ ਕਰਕੇ ਨਹੀਂ, ਸਾਨੂੰ ਗਿਆਨ ਹੈ ਨਹੀਂ। ਹਰ ਕੋਈ ਬੜਾ ਬਣਨਾ ਚਾਹੁੰਦਾ ਹੈ। ਬੜਾ ਨਹੀਂ ਬਣਨਾ ਚਾਹੀਦਾ ਸੀ। ਇਹ ਸਿੱਖਿਆ ਨਹੀਂ ਹੈ ਗੁਰੂ ਦੀ। ਗੁਰੂ ਦੀ ਸਿੱਖਿਆ ਨਿਵੇਂ ਸੋ ਗੌਰਾ ਹੋਏ। ਜਿਹੜਾ ਸਿਆਣਾ ਹੁੰਦਾ ਨਾ, ਸਿਆਣਾ ਬੰਦਾ, ਜਦ ਨਿਆਣੇ ਨਹੀਂ ਨਾ ਮੰਨਦੇ ਗੱਲ, ਸਿਆਣਾ ਚੁੱਪ ਕਰ ਜਾਂਦਾ। ਕਹਿੰਦਾ ਵੀ ਲੜਾਈ ਨਾ ਪਾਓ, ਚੁੱਪ ਕਰ ਜਾਓ। ਗੌਰੇ ਦਾ ਮਤਲਬ ਹੈ ਉਹਦੇ ਅੰਦਰ ਗਿਆਨ ਜ਼ਿਆਦਾ ਹੁੰਦਾ, ਭਾਰੀ ਹੁੰਦਾ। ਮੂਰਖ ਹੁੰਦਾ ਉਹ ਲੜਨ ਨੂੰ ਤਿਆਰ ਹੁੰਦਾ। ਸਿਆਣਾ ਬੰਦਾ ਲੜਾਈ ਹਟਾਉਂਦਾ। ਉਹ ਕਹਿੰਦਾ ਆਪ ਹੀ ਚੁੱਪ ਕਰ ਜਾਓ। ਜੇ ਮੂਰਖ ਨਹੀਂ ਮੰਨਦਾ ਆਪਾਂ ਚੁੱਪ ਕਰ ਜਾਓ। ਅੱਗੇ ਸਿਆਣੇ ਇਦਾਂ ਹੀ ਕਰਦੇ ਤੇ ਵੀ ਚਲੋ ਇਹਨੂੰ ਅਕਲ ਆ ਜੂ, ਆਪੇ ਆ ਜੂ। ਨਿਵੇਂ ਸੋ ਗੌਰਾ ਹੋਏ ਧਰਤਾ ਰਾਜੀ ਤੋਲੀਏ। ਨਿਵੇਂ ਸੋ ਗੌਰਾ ਹੋਏ। ਜਦ ਆਪਾਂ ਤੱਕੜੀ ਕਹਿੰਦੇ ਤੋਲਦੇ ਹਾਂ, ਜਿਹੜਾ ਭਾਰੀ ਪਾਸਾ ਨਾ ਉਹ ਨੀਵਾਂ ਹੁੰਦਾ। ਉਹ ਜਿਹੜਾ ਖਾਲੀ ਭਾਂਡਾ ਹੁੰਦਾ ਨਾ ਹੌਲਾ, ਉਹ ਉੱਚਾ ਹੁੰਦਾ। ਜੇ ਇੰਨੀ ਵੀ ਅਸੀਂ ਗੱਲ ਮੰਨ ਲੈਂਦੇ ਤਾਂ ਅਸੀਂ ਨਿਮਰਤਾ ਵੱਲ ਨੂੰ ਚਲੇ ਜਾਂਦੇ।
ਵੀ ਨਾ ਭਾਈ ਆਪਾਂ ਹੀ ਨੀਵੇਂ ਹੋ ਜਾਓ। ਜਦੋਂ ਨੀਵੇਂ ਹੋਣ ਲੱਗ ਜਾਈਦਾ, ਨੀਵਿਆਂ ਨੂੰ ਦੇਖ ਕੇ ਦੂਏ ਵੀ ਨੀਵੇਂ ਹੋਣ ਲੱਗ ਜਾਂਦੇ ਨੇ। ਫਿਰ ਜਿਹੜੇ ਰੁੱਖਾਂ ਨੂੰ ਫਲ ਜ਼ਿਆਦਾ ਲੱਗਦਾ ਹੈ, ਉਹ ਫਲ ਉਹਨਾਂ ਨੂੰ ਨੀਵੇਂ ਕਰਦਾ। ਜਿਹੜੇ ਰੁੱਖ ਨੂੰ ਫਲ ਨਹੀਂ ਨਾ ਲੱਗਦਾ, ਉੱਚਾ ਹੁੰਦਾ, ਪੱਤੇ ਪੱਤੇ ਹੁੰਦੇ ਨੇ, ਤੇ ਫਲ ਨਹੀਂ ਹੁੰਦਾ। ਫਲ ਜਿੰਨਾ ਜ਼ਿਆਦਾ ਫਲ ਉਹਨਾਂ ਨੀਵਾਂ ਹੁੰਦਾ, ਉਹਨੇ ਵਿੱਚ ਨਿਮਰਤਾ ਹੁੰਦੀ ਹੈ। ਨਹੀਂ ਮੰਨਦੇ ਨਾ ਮੰਨੋ, ਮੇਰਾ ਕੀ ਨੁਕਸਾਨ ਹੈ। ਹੁਣ ਕੋਈ ਸਿਆਣਾ ਬੰਦਾ ਘਰ 'ਚ ਮੁੰਡੇ ਨਹੀਂ ਗੱਲ ਮੰਨਦੇ, ਚਲੋ ਭਾਈ ਨਾ ਮੰਨੋ, ਆਪੇ ਭਰੋਂਗੇ। ਇਹ ਨਿਮਰਤਾ ਹੈ ਸਿੱਖੀ ਵਿੱਚ, ਵੱਡੀ ਨਿਮਰਤਾ ਹੈ। ਲੱਤ ਮਾਰਦੇ ਨੇ ਦਾਤੂ ਦਾਸੂ ਆ ਕੇ ਗੁਰੂ ਅਮਰਦਾਸ ਦੇ, ਗੁੱਸਾ ਨਹੀਂ ਕਰਦੇ, ਗੁੱਸਾ ਨਹੀਂ ਕਰਦੇ। ਨਿਮਰਤਾ ਕਿਉਂ? ਪੂਰਾ ਬ੍ਰਹਮ ਗਿਆਨ ਹੈ ਨਾ। ਉਹਨੇ ਮੂਰਖ ਨੇ। ਅੱਜ ਕੌਣ ਚੰਗਾ ਹੈ, ਠੀਕ ਕੌਣ ਹੈ? ਗੁਰੂ ਅਮਰਦਾਸ ਠੀਕ ਹੈ, ਦਾਤੂ ਦਾਸੂ ਠੀਕ ਨੇ। ਹੁਣ ਰਹਿੰਦੀ ਦੁਨੀਆ ਤੱਕ ਗੁਰੂ ਅਮਰਦਾਸ ਹੈ ਗੁਰੂ ਰਹਿਣਾ, ਦਾਤੂ ਦਾਸੂ ਮੂਰਖੇ ਮੰਨੇ ਜਾਣੇ ਨੇ, ਮੂਰਖੇ ਮੰਨੇ ਜਾਣੇ ਨੇ। ਮੂਰਖ ਸੀ ਸ੍ਰੀ ਚੰਦ, ਮੂਰਖੇ ਮੰਨਿਆ ਜਾਣਾ, ਮੂਰਖ ਸੀ। ਜੇ ਅਕਲ ਵਾਲਾ ਹੁੰਦਾ ਕਿਉਂ ਤਾਂ ਕੰਨ ਪੜਾਉਂਦਾ, ਕਿਉਂ ਜਟਾ ਰੱਖਦਾ? ਫਿਰ ਉਹਨੂੰ ਗੁਰਿਆਈ ਨਾ ਮਿਲਦੀ। ਉਹ ਇੱਜ਼ਤ ਮਿਲੀ ਜਿਹੜੀ ਇੱਜ਼ਤ ਗੁਰੂ ਘਰ ਦੀ ਸੀ, ਉਹ ਇੱਜ਼ਤ ਮਿਲੀ? ਨਹੀਂ ਮਿਲੀ। ਹਾਂ, ਉਸ ਵੇਲੇ ਜਨਤਾ ਜ਼ਿਆਦਾ ਨਾਲ ਸੀ, ਉਸ ਵੇਲੇ ਜ਼ਿਆਦਾ ਜਨਤਾ ਭੀੜ ਨਾਲ ਸੀ। ਉਸ ਵੇਲੇ ਉਹਨਾਂ ਨੇ ਮੰਨ ਲਿਆ, ਸਿੱਧਾਂ ਦੇ ਸਾਰੀ ਦੁਨੀਆ ਚੇਲੇ ਸੀ। ਸਿੱਧਾਂ ਨੇ ਲਾਲੇ ਦੇਖ ਲਿਆ ਵੀ ਸਾਰੇ ਹਿੰਦੁਸਤਾਨ ਦਾ ਤੈਨੂੰ ਗੁਰੂ ਬਣਾ ਦਿੰਦੇ ਆ ਲੋਕਾਂ ਦਾ। ਪਰ ਉਹ ਜਿਹੜੇ ਗੁਰੂ ਜੀ ਇਹਨਾਂ ਦਾ ਗੁਰੂ ਬਣਿਆ, ਉਹ ਤਾਂ ਸਾਰੇ ਮਨਮੁਖ ਸੀਗੇ, ਤਾਂ ਸਾਰੇ ਸਾਖਤ ਤੇ ਸਾਖਤਾਂ ਦਾ ਗੁਰੂ ਬਣ ਗਿਆ। ਅੱਜ ਜਿਹੜੇ ਸੁਹਿਰਦ ਸਿੱਖ ਨੇ, ਪੜ੍ਹੇ ਲਿਖੇ ਸਮਝਦਾਰ ਨੇ, ਉਹ ਮੰਨਦੇ ਨੇ ਸ੍ਰੀ ਚੰਦ ਨਾਲ ਸਾਡਾ ਕੋਈ ਲਾਕਾ ਧੱਕਾ ਨਹੀਂ, ਸਾਡਾ ਕੋਈ ਸੰਬੰਧ ਨਹੀਂ। ਪਰ ਹੁਣ ਤਾਂ ਹੀ ਮੰਨਦੇ ਸੀ। ਉਹ ਬ੍ਰਹਮ ਬੂਟਾ ਹੁਣ ਵੀ ਆ ਉੱਥੇ ਅੰਮ੍ਰਿਤਸਰ, ਉਹਨਾਂ ਨੇ ਕਬਜ਼ਾ ਹੀ ਉੱਥੇ ਉਹਦਾ ਕਰਾਇਆ ਹੈ। 9ਵੇਂ ਪਾਤਸ਼ਾਹ ਨੂੰ ਉੱਥੇ ਬੂਹਾ ਨਹੀਂ ਸੀ ਖੋਲ੍ਹਿਆ। ਉਹੀ ਅੰਮ੍ਰਿਤਸਰ ਹੈ ਜਿਹਨੂੰ ਅੰਦਰ ਸੜੀਏ ਕਿਹਾ ਸੀ, ਅੰਮ੍ਰਿਤਸਰੀਏ ਉਹੀ ਨੇ। ਉਹਨਾਂ ਨੇ ਭੋਗ ਪਾਇਆ ਸਿੱਖੀ ਦਾ, ਪਰ ਹੁਣ ਵੀ ਨਹੀਂ ਸਿੱਖੀ ਉੱਥੇ ਦੁਬਾਰਾ ਉੱਥੋਂ ਪੈਦਾ ਹੋ ਜਾਵੇ, ਹੋ ਹੀ ਨਹੀਂ ਸਕਦਾ। ਉੱਥੇ ਐਡੇ ਵਿਰੋਧੀ ਆਦਮੀ ਨੇ ਉੱਥੇ ਬੈਠੇ, ਮੰਨੇ ਨਹੀਂ ਸਕਦੇ ਸਿੱਖੀ ਨੂੰ। ਸ਼ਰਾਪ ਹੋਇਆ ਹੋਇਆ ਗੁਰੂ ਕਾ, ਅੰਮ੍ਰਿਤਸਰੀਏ ਅੰਦਰ ਸੜੀਏ ਤਾਂ ਸ਼ਰਾਪ ਹੈ। ਸਾਡਾ ਤਾਂ ਹੋਇਆ ਨਹੀਂ, ਉਹ ਤਾਂ ਉਹਨਾਂ ਦਾ ਕਿਹਾ ਹੋਇਆ। ਉਹ ਅੰਦਰ ਸੜੀਏ ਹੀ ਰਹਿਣਗੇ। ਸਮਾਂ ਬਦਲਦਾ ਰਹਿਣਾ। ਕਦੇ ਮੰਦਰ ਸੀ ਬੜੇ ਬੜੇ, ਜਿਹੜੇ ਧਰਮ 'ਚ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਪਰਿਵਾਰ 'ਚ, ਉਹ ਬੜੇ ਬੜੇ ਮੰਦਰਾਂ ਨਾਲ ਸੰਬੰਧਿਤ ਸੀ। ਇਸ ਕਰਕੇ ਸਾਰੇ ਮੰਦਰਾਂ 'ਚ ਗਏ, ਉਹਨਾਂ ਨੂੰ ਸਮਝਾਇਆ, ਭਾਈ ਜਿਹੜੇ ਰਾਹ ਆਪਾਂ ਪੈ ਗਏ, ਰਾਹ ਠੀਕ ਨਹੀਂ ਹੈ। ਭਗਤ ਕਬੀਰ ਜੀ ਵਾਲਾ ਰਾਹ ਠੀਕ ਹੈ, ਨਾਮਦੇਵ ਵਾਲਾ, ਰਵਿਦਾਸ ਵਾਲਾ, ਇਹ ਰਾਹ ਵੇਦ ਦਾ ਰਾਹ ਹੈ, ਇਹ ਠੀਕ ਹੈ। ਆਹ ਜਿਹੜਾ ਤੁਹਾਡੇ ਵਾਲਾ ਇਹ ਠੀਕ ਨਹੀਂ। 4 ਵਰਨ ਬਣਾਤੇ, ਡਿਸਕ੍ਰਿਮੀਨੇਸ਼ਨ ਕਰਤੀ, ਇੱਕ ਪਿਤਾ ਇੱਕ ਸਿਆਮ ਬਾਰਕ ਜਿਹੜੀ ਹੈ, ਇਹ ਤਾਂ ਗੱਲੇ ਤੁਸੀਂ ਰੱਦ ਕਰਤੀ। ਨਾਲੇ ਤਾਂ ਮੰਨਦੇ ਹੋ ਸਾਰੇ ਪਰਮੇਸ਼ਰ ਦੀ ਔਲਾਦ ਨੇ, ਜਾਂ ਤਾਂ ਮੰਨੋ ਵੀ ਹੈ ਨਹੀਂ। ਜੇ ਮੰਨਦੇ ਹੋ ਫਿਰ ਨੀਚ ਊਚ ਕਿਵੇਂ ਨੇ? 5 ਤੱਤ ਨੇ, 5 ਤੱਤ ਉਹੀ ਸਾਰਿਆਂ ਦੇ ਸਰੀਰ 'ਚ ਨੇ, ਆਤਮਾ ਸਭ ਇੱਕੋ ਹੀ ਹੈ। ਫਿਰ ਨੀਚ ਊਚ ਕਿਵੇਂ ਹੋ ਗਏ? ਧੱਕੇ ਨਾ ਹੋ ਗਏ ਤੁਹਾਡੇ ਨਾਲ? ਅਸੀਂ ਜ਼ੋਰਾਵਰ, ਫਿਰ ਤਾਂ ਇਹੀ ਹੋਇਆ।
ਇਹ ਰਾਹ ਛੱਡ ਦੋ, ਪਰ ਉਹ ਮੰਨੇ ਨਹੀਂ। ਉਹਨਾਂ ਨੇ ਬਾਈਕਾਟ ਕਰਕੇ ਮੰਦਰ ਛੱਡ ਕੇ ਮੰਦਰੇ ਛੱਡਤੇ, ਗੁਰਦੁਆਰੇ ਨਹੀਂ ਬਣਾਏ, ਮੰਦਰ ਛੱਡਤੇ। ਭਗਤਾਂ ਨੇ ਕੋਈ ਡੇਰਾ ਜਾਂ ਕੋਈ ਮੰਦਰ ਨਹੀਂ ਬਣਾਇਆ, ਕਿਸੇ ਭਗਤ ਨੇ ਕੋਈ ਵੀ ਨਹੀਂ ਬਣਾਇਆ। ਇੱਕ ਵਿਚਾਰਧਾਰਾ ਦੇ ਦਿੱਤੀ, ਬਾਣੀ ਦੇ ਦਿੱਤੀ, ਪੜ੍ਹੋ ਵਿਚਾਰੋ, ਘਰ ਘਰ ਵਿਚਾਰੋ। ਕੀ ਗੁਰਦੁਆਰੇ ਬਣ ਕੇ ਸਿੱਖੀ ਜ਼ਿਆਦਾ ਫੈਲ ਗਈ? ਜਿੰਨਾ ਚਿਰ ਗੁਰਦੁਆਰੇ ਨਹੀਂ ਸੀ, ਵਧੀਆ ਸਿੱਖ ਸੀ, ਇਦੋਂ ਇਹਦੇ ਨਾਲੋਂ ਵਧੀਆ ਸੀ। ਮੇਰੇ ਦੇਖਦੀ ਵਧੀਆ ਸੀ। ਮੇਰੀ ਜ਼ਿਆਦਾ ਉਮਰ ਨਹੀਂ ਹੈ, 80-85 ਸਾਲ ਦੀ ਉਮਰ ਹੈ, ਤੇ 70-75 ਸਾਲ ਦਾ ਤਾਂ ਮੈਂ ਵੀ ਦੇਖਦਾ, 80 ਦਾ ਹੀ ਸਮਝੋ ਦੇਖਦਾ। 6 ਸਾਲ ਦੀ ਉਮਰ ਸੀ, 6 ਸਾਲ ਦੇ ਬੱਚਿਆਂ ਨੂੰ ਪਤਾ ਹੁੰਦਾ। ਉਦੋਂ ਜਿਹੜੇ ਸੀ ਪਿੰਡਾਂ ਦੇ ਲੋਕ ਸੀ, ਉਹਨਾਂ 'ਚ ਪ੍ਰੇਮ ਸੀ, ਹਮਦਰਦੀ ਸੀ ਗੁਰੂ ਦੇ। ਮੈਂ ਕਿਹਾ ਜੇ ਗੁਰਦੁਆਰੇ ਜਾਂਦੇ ਸੀ, ਸਾਨੂੰ ਐਂ ਕਹਿੰਦੇ ਤੇ ਵੀ ਜੇ ਉੱਥੇ ਕੋਈ ਪੈਸਾ ਪਿਆ ਹੋਵੇ ਉਹਨੂੰ ਹੱਥ ਨਾ ਲੱਗ ਜਾਏ, ਤੁਹਾਡਾ ਮੱਥਾ ਟੇਕਣ ਲੱਗਿਆ। ਇੰਨਾ ਡਰਦੇ ਸੀ ਮਾਇਆ ਤੋਂ। ਜੇ ਚੜਾਵਾ ਪਿਆ ਬਾਹਰੇ ਪਿਆ ਹੁੰਦਾ ਦੀ ਗੋਲਕ ਨਹੀਂ ਸੀ ਹੁੰਦੀ ਕੋਈ। ਜੇ ਕਿਸੇ ਨੇ ਆਉਣਾ ਵੀ ਨਾ, ਐ ਪੱਲਾ ਫੜ ਕੇ ਰੁਮਾਲਾ ਫੜ ਕੇ ਪਰੇ ਨੂੰ ਕਰਦੇ ਨੇ ਵੀ ਇਕੱਠੇ ਪੈਸੇ ਕਰ ਦਈਏ, ਹੱਥ ਨਹੀਂ ਸੀ ਲਾਉਂਦੇ। ਇੰਨਾ ਗੁਰੂ ਦਾ ਭੈ ਸੀ। ਹੁਣ ਕੀ ਹੈ ਆਦਤ ਐਸੇ 70 ਸਾਲ 80 ਸਾਲ 'ਚ ਫਰਕ ਪੈ ਗਿਆ। ਇੰਨਾ ਸਿਰੇ ਲੱਗ ਗਈ ਗੱਲ ਹੁਣ ਬਿਲਕੁਲ। ਮੱਛੀ ਨੇ ਪੱਥਰ ਚੱਟ ਲਿਆ, ਮੁੜਨਾ ਮੁੜਿਆ ਵੇ, ਤੇ ਨਹੀਂ ਤਾਂ ਜਿਹਨੇ ਨਹੀਂ ਮੁੜਨਾ ਭਾਈ ਉੱਥੇ ਚੱਟੀ ਜਾਵੇ ਪੱਥਰ। ਪੱਥਰ ਤਾਂ ਹਿੰਦੂ ਚੱਟਦੇ ਹੀ ਨੇ, ਪੱਥਰ ਚੱਟਣ ਵਾਲੀ ਉਹ ਗੱਲ ਹੈ, ਹੋਰ ਕੁਛ ਵੀ ਨਹੀਂ ਹੈ। ਗੁਰੂ ਦੀ ਬਾਣੀ ਮੰਨੇ ਤੋਂ ਬਿਨਾ, ਗੁਰੂ ਦੇ ਬਚਨ ਮੰਨੇ ਤੋਂ ਬਿਨਾ ਛੁਟਕਾਰਾ ਨਹੀਂ ਹੋਣਾ, ਸੁਖ ਨਹੀਂ ਹੋਣਾ। ਆ ਜਨਮ ਜੇ ਚਲਿਆ ਗਿਆ ਨਾ, ਜ਼ਰੂਰੀ ਨਹੀਂ ਅਗਲਾ ਜਨਮ ਆਦਮੀ ਦਾ ਹੀ ਮਿਲੇ। ਇਹ ਦੌ ਤੇ ਲੱਗਿਆ ਹੈ ਸਭ ਕੁਛ। ਜਿਵੇਂ ਕੋਈ ਆਪਣੀ ਸਾਰੀ ਜ਼ਿੰਦਗੀ 84 ਲੱਖ ਜੂਨ ਦੀ ਕਮਾਈ ਤੋਂ ਬਾਅਦ ਸਾਨੂੰ ਮਨੁੱਖਾ ਜਨਮ ਮਿਲਿਆ, ਅਸੀਂ ਦੌ ਤੇ ਲਾਇਆ ਹੋਇਆ ਹੈ। ਜੇ ਜੂਆ ਹਾਰ ਗਏ ਫਿਰ ਦੇਖ ਲਓ ਕੀ ਬਣੂਗਾ। ਆ ਜਿਹੜੇ ਜੀਵ ਨੇ ਥੱਲੇ 84 ਲੱਖ, ਇਹ ਸਾਰੀਆਂ ਜੂਨਾਂ ਆਪਾਂ ਭੁਗਤ ਕੇ ਆਏ ਹੋਏ ਹਾਂ। ਪਤਾ ਨਹੀਂ ਕਿਹੜੀ ਕਿਹੜੀ ਜੂਨ 'ਚ ਪੈ ਜਾਈਏ ਜਾ ਕੇ। ਇੱਥੋਂ ਗੁਰੂ ਨਾਨਕ ਦੇ ਘਰ ਵੀ ਜਾ ਸਕਦੇ ਹਾਂ, ਗੁਰੂ ਘਰ, ਤੇ ਨਹੀਂ ਤਾਂ ਨਰਕ ਹੈਗਾ। ਜਾਂ ਨਰਕ ਹੈ ਸੰਸਾਰ, ਸੰਸਾਰ ਨਰਕ ਔਰ ਕੁਛ ਨਹੀਂ ਹੈ। ਨਰਕ ਹੋਰ ਕਿਤੇ ਨਹੀਂ ਹੈ, ਸੰਸਾਰ 'ਚ ਨਰਕ ਹੈ। ਇਹ ਸੰਸਾਰ ਦੇ ਵਿੱਚੋਂ ਛੁਟਕਾਰਾ ਮੁਕਤੀ ਹੈ। ਮੁਕਤੀ ਵਾਸਤੇ ਅਸੀਂ ਆਏ ਹਾਂ। ਗੁਰਬਾਣੀ ਕੋਈ ਮੰਗਦਾ ਨਹੀਂ ਹੈ, ਮੁਕਤੀ ਨਾਮ ਮੰਗਦਾ ਨਹੀਂ ਕੋਈ। ਗੁਰਦੁਆਰੇ ਆ ਕੇ ਕੋਈ ਮੰਗਦਾ? ਫਿਰ ਗੁਰਦੁਆਰੇ ਮੰਗਦੇ ਕੀ ਹੋ? ਮੰਗਦੇ ਹਾਂ ਵਿਖਿਆ, ਮਾਇਆ ਵਿਖਿਆ। ਵਿਖਿਆ ਕਾ ਕੀੜਾ ਵਿਖਿਆ ਮਾਹੇ ਸਮਾਨਾ। ਜਿਹੜੇ ਵਿਖਿਆ ਮੰਗਦੇ ਨੇ ਆ ਕੇ, ਵਿਖਿਆ ਦੇ ਕੀੜੇ ਨੇ ਉਹ। ਉਹਨਾਂ ਨੂੰ ਗੁਰਬਾਣੀ ਵਿਖਿਆ ਦੇ ਕੀੜੇ ਮੰਨਦੀ ਹੈ। ਜਿਹੜਾ ਵਿਖਿਆ ਦੇ ਵਿੱਚ ਰਹਿਣਾ ਚਾਹੁੰਦਾ ਮਾਇਆ 'ਚ, ਵਿਖਿਆ ਦਾ ਹੀ ਕੀੜਾ ਹੈ ਉਹ। ਵਿਖਿਆ ਮਾਹੇ ਸਮਾਨਾ। ਇਸ ਕਰਕੇ ਗੁਰਬਾਣੀ ਦਾ ਔਰ ਜਿਹੜਾ ਆਦਮੀ ਦਾ, ਸਾਡੀ ਸੋਚ ਹੈ ਔਰ ਗੁਰਬਾਣੀ ਦੀ ਸੋਚ ਹੈ, ਉਹਦਾ 180 ਡਿਗਰੀ ਦਾ ਫਰਕ ਹੈ। ਸਾਡੀ ਸੋਚ ਪੱਛਮ ਨੂੰ ਜਾਂਦੀ ਹੈ, ਗੁਰਬਾਣੀ ਸਾਨੂੰ ਪੂਰਬ ਨੂੰ ਲੈ ਕੇ ਜਾਂਦੀ ਹੈ। ਜਿੱਧਰੋਂ ਸੂਰਜ ਹੈਗਾ ਨਿਕਲਦਾ ਹੁੰਦਾ, ਸੂਰਜ ਦਾ ਦਰਸ਼ਨ ਪੂਰਬ 'ਚੋਂ ਹੁੰਦਾ। ਗੁਰਬਾਣੀ ਪੂਰਬ ਨੂੰ ਲੈ ਕੇ ਜਾਂਦੀ ਹੈ
ਅਸੀਂ ਪੱਛਮ ਨੂੰ ਜਾ ਰਹੇ ਹਾਂ, ਬੈਕ ਗੇਅਰ ਲੱਗਿਆ ਹੋਇਆ। ਹੁਣ ਉਹ ਪਹਿਲਾਂ ਤਾਂ ਅਸੀਂ ਪੱਛਮੋਂ ਜਾਣਾ ਬੰਦ ਕਰੀਏ। ਜੋ ਅਸੀਂ ਸਿੱਖੀ ਮੰਨੀ ਬੈਠੇ ਹਾਂ ਉਹਨੂੰ ਭਾਂਡਾ ਖਾਲੀ ਕਰ ਦਈਏ ਵੀ ਅਸੀਂ ਗਲਤ ਦਿਸ਼ਾ ਵੱਲ ਜਾ ਰਹੇ ਹਾਂ। ਉਹਨੂੰ ਭਾਂਡਾ ਧੋ ਕੇ ਖਾਲੀ ਕਰ ਦਈਏ। ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੂਧੇ ਕੋ ਜਾਓ। ਸਾਨੂੰ ਗੁਰਦੁਆਰੇ ਬਚ ਜਾਣਾ ਚਾਹੀਦਾ ਸੀ, ਗੁਰਬਾਣੀ ਬਚ ਸੁਣਨੀ ਚਾਹੀਦੀ ਸੀ। ਪਹਿਲਾਂ ਭਾਂਡਾ ਜੋ ਅੰਦਰੀਆਂ ਮਨੌਤਾਂ ਨੇ ਸਾਡੀਆਂ ਉਹ ਖਤਮ ਕਰ ਦੇਣੀਆਂ ਚਾਹੀਦੀਆਂ ਨੇ ਵੀ ਝੂਠ ਹੈ ਉਹ ਸਭ ਕੁਛ। ਉਹ ਅਸੀਂ ਖਤਮ ਕੀਤਾ ਨਹੀਂ, ਗੁਰਦੁਆਰੇ ਆਈ ਜਾਂਦੇ ਹਾਂ, ਗੁਰਬਾਣੀ ਸੁਣੀ ਜਾਂਦੇ ਹਾਂ। ਉਹ ਗੱਲਾਂ ਸਾਨੂੰ ਮੰਨਣ ਨਹੀਂ ਦਿੰਦੀਆਂ ਗੁਰਬਾਣੀ। ਇੱਥੇ ਫਸੇ ਹੋਏ ਹਾਂ ਅਸੀਂ ਸਾਰੇ। ਉਹ ਕਹਿੰਦੇ ਗੁਰਬਾਣੀ ਸੁਣ ਤਾਂ ਜਾਓ, ਪਹਿਲਾਂ ਜੋ ਅੰਦਰ ਮਨੌਤਾਂ ਨੇ ਤੁਹਾਡੀਆਂ ਪੁੰਨ ਪਾਪ ਇਹ ਹੁੰਦਾ, ਇਹਨੂੰ ਕਹੋ ਵੀ ਝੂਠ ਹੈ। ਜੋ ਝੂਠ ਨਹੀਂ ਮੰਨਿਆ ਫਿਰ ਕੋਈ ਫਾਇਦਾ ਨਹੀਂ ਬਾਣੀ ਸੁਣਨ ਦਾ ਤੁਹਾਡਾ, ਤੁਸੀਂ ਨਹੀਂ ਸੁਣਨੀ ਹੈ। ਫਿਰ ਭਾਂਡੇ ਤਾਂ ਪਹਿਲਾਂ ਹੀ ਕੁਛ ਪਾਇਆ ਹੈ। ਜਿਹਦੇ ਭਾਂਡੇ 'ਚ ਪਹਿਲਾਂ ਗੰਦ ਮੰਦ ਪਾਇਆ ਹੋਇਆ ਦੁੱਧ ਕੌਣ ਪਾ ਦੂ ਉਹ 'ਚ? ਭਾਂਡਾ ਜੇ ਦੁੱਧ ਪਾਉਣਾ ਪਹਿਲਾਂ ਉਹ ਜਿਹੜੀ ਖੱਟੀ ਲੱਸੀ ਪਾਈ ਹੈ ਉਹਨੂੰ ਡੋਲੋ, ਉਹਨੂੰ ਸਾਫ਼ ਕਰੋ, ਫਿਰ ਵੀ ਉਹ 'ਚ ਖੱਟੀ ਲੱਸੀ ਦਾ ਅਸਰ ਨਾ ਰਹਿ ਜਾਏ ਤਾਂ ਜਾ ਕੇ ਦੁੱਧ ਪਊ ਉਹ 'ਚ। ਅਸੀਂ ਤਾਂ ਛਾਛ ਪੀਏ ਸੰਸਾਰ, ਸਾਡੇ ਤਾਂ ਖੱਟੀ ਲੱਸੀ ਪਾਈ ਹੋਈ ਆ। ਛਾਛ ਕਹਿੰਦੇ ਲੱਸੀ ਨੂੰ। ਸੰਤੋ ਮਾਖਣ ਖਾਇਆ ਛਾਛ ਪੀਏ ਸੰਸਾਰ। ਖੱਟੀ ਲੱਸੀ ਵਾਲੇ ਤੁਸੀਂ ਚਾਟੀ ਵਿੱਚ ਜੀ 'ਚ ਕਦੇ ਕੱਢੀ ਹੋਈ ਨਹੀਂ ਲੱਸੀ, ਉਹ ਜੋ ਉਹੀ ਸੜੀ ਜਾਂਦੀ ਹੈ, ਹੋਰ ਪਾਈ ਜਾਂਦੇ ਆ, ਪੀ ਜਾਂਦੇ ਆ। ਉਹ ਦੁੱਧ ਪਾਉਣਾ ਚਾਹੁੰਦੇ ਹੋ, ਦੁੱਧ 'ਚ ਪੈ ਵੀ ਜਾਊ ਕੱਖ ਵੀ ਨਹੀਂ ਉਹਦਾ ਬਣਨਾ। ਜੇ ਕੋਈ ਛਿੱਟਾ ਪੈ ਵੀ ਗਿਆ ਨਾ ਉਹਨੇ ਉਹ ਲੱਸੀ ਉਹ ਬਣ ਜਾਣਾ। ਇਸ ਕਰਕੇ ਸਾਡੇ ਤੇ ਕੋਈ ਅਸਰ ਨਹੀਂ ਹੋ ਰਿਹਾ ਗੁਰਬਾਣੀ ਦਾ। ਉਹਨੂੰ ਪਹਿਲਾਂ ਖਾਲੀ ਕਰੋ, ਫਰੈਸ਼ ਕਰੋ ਭਾਂਡੇ ਨੂੰ, ਧੁੱਪੇ ਫਿਰ ਧੁੱਪ ਲਓ, ਤੋ ਦੁੱਧੇ ਕਹੋ ਜਾਓ। ਇਹ ਸ਼ਰਤ ਲਾਈ ਸੀ, ਕਿਸੇ ਨੇ ਦੱਸੀ ਹੋਈ ਨਹੀਂ। ਜੇ ਗੁਰਦੁਆਰੇ ਵਾਲੇ ਦੱਸ ਦਿੰਦੇ, ਉਹ ਕਹਿੰਦੇ ਇਹਨਾਂ ਨੇ ਗੁਰਦੁਆਰੇ ਨਹੀਂ ਆਉਣਾ, ਸਾਡੀ ਗੋਲ ਖਾਲੀ ਰਹਿ ਜੂ। ਸਿਆਪਾ ਤਾਂ ਹੈ। ਸਿੱਖੀ ਦਾ ਫਿਕਰ ਨਹੀਂ ਸੀ, ਫਿਕਰ ਗੋਲਕ ਦਾ ਸੀ। ਗੁਰਦੁਆਰੇ ਗੋਲਕ ਵਾਸਤੇ ਬਣੇ ਨੇ, ਸਿੱਖੀ ਵਾਸਤੇ ਨਹੀਂ ਬਣੇ। ਚੌਧਰ ਵਾਸਤੇ ਬਣੇ ਸੀ। ਸਿੱਖੀ ਖਤਮ ਹੋ ਗਈ, ਚੌਧਰ ਰਹਿ ਗਈ, ਗੋਲਕ ਰਹਿ ਗਈ। ਗੋਲਕ ਨਾਲ ਗੁਰਦੁਆਰੇ ਵਧੀਆ ਬਣ ਗਏ, ਪੱਥਰ ਲੱਗ ਗਏ, ਸਿੱਖੀ ਜਾਂਦੀ ਰਹੀ। ਉਹਦੀ ਕੇਅਰ ਨਹੀਂ ਕੀਤੀ ਨਾ, ਉਹ ਤਾਂ ਖੇਤੀ ਦੀ ਕੇਅਰ ਹੀ ਨਹੀਂ ਕੀਤੀ। ਜਿਹਦੀ ਕੇਅਰ ਕਰਨੀ ਤੀ ਉਹ ਤਾਂ ਕੀਤੀ ਉਹਦੀ। ਇੱਥੇ ਤਾਂ ਸਿੱਖਿਆ ਮਿਲਣੀ ਤੀ, ਖੇਤੀ ਦੀ ਕੇਅਰ ਕਰਨੀ ਕਿਵੇਂ ਹੈ, ਗੁਣਾਂ ਦੀ ਖੇਤੀ ਅੰਦਰ ਕਰਨੀ ਹੈ। ਤਾਂ ਖੇਤੀ ਗੁਣ ਕਿਵੇਂ ਫਲ ਲੱਗੂ ਗੁਣਾਂ ਨੂੰ? ਜਦ ਗੁਣਾਂ ਨੂੰ ਫਲ ਲੱਗੂ ਨਾ ਫਿਰ ਫਲ ਗੁਣ ਬਣੂ। ਫਲ ਗੁਣ ਆਨੰਦ ਉਪਾਰਜਣਾ, ਫਿਰ ਆਨੰਦ ਆਊ। ਫਲ ਗੁਣ ਜਾਂ ਗੁਣ ਫੜਨਗੇ ਅੰਦਰ, ਪਹਿਲੇ ਤਾਂ ਗੁਣ ਹੋਣਗੇ ਫਿਰ ਫਲ ਲੱਗੂ। ਫਲ ਗੁਣ ਆਨੰਦ ਉਪਾਰਜਣਾ ਹਰ ਪਿਰ ਸੰਗ। ਗੁਣਾਂ ਨੂੰ ਫਲ ਕਿੱਥੋਂ ਲੱਗਣਾ? ਗੁਣ ਤਾਂ ਹੈ ਹੀ ਨਹੀਂ ਕੋਈ। ਗੁਣ ਤਾਂ ਗਲੇ ਫਿਰਦੇ ਨੇ। ਹਰ ਵਿਸਰਤ ਤੇਰੇ ਗੁਣ ਗਲਿਆ, ਹਰ ਵਿਸਰਿਆ ਗੁਣ ਗਲੇ ਨੇ, ਫਲ ਕਿੱਥੋਂ ਲੱਗਣਾ? ਗੁਣ ਤਾਂ ਗਲੇ ਪਏ ਨੇ। ਸਿੱਖੀ ਸੁੱਖੀ ਵਾਲੀ ਗੱਲ ਛੱਡ ਦਿਓ, ਪਹਿਲਾਂ ਗੁਣਾਂ ਨੂੰ ਬਚਾ ਲਓ ਜਿਹੜੇ ਗਲੇ ਹੋਏ ਨੇ, ਫਿਰ ਬਾਅਦ ਦੇ ਵਿੱਚ ਹੋ ਜਾਊਗਾ। ਉਹ ਜੇ ਬੀਜ ਹੋਊ ਤਾਂ ਹੀ ਜੰਮੂ। ਸਾਡੇ ਕੋਲ ਬੀਜ ਹੀ ਨਹੀਂ, ਜੰਮੂ ਕਿੱਥੋਂ? ਨਾਮ ਬੀਜਣਾ ਸੀ, ਨਾਮ ਬੀਜ ਸੰਤੋਖ ਸੁਹਾਗਾ। ਫਿਰ ਸੰਤੋਖ ਚਾਹੀਦਾ, ਬਹੁਤ ਕੁਝ ਚਾਹੀਦਾ। ਸਿੱਖੀ ਕੋਈ ਸੌਖੀ ਗੱਲ ਨਹੀਂ ਹੈ, ਗੱਲਾਂ ਨਹੀਂ ਹਨ ਇਹ। ਥੋੜ੍ਹੀ ਬਹੁਤੀ ਵੀ ਸਾਡੇ ਪੱਲੇ ਗੱਲ ਪੈ ਜਾਏ, ਚਲੋ ਮੁੜ ਵੀ ਆਈਏ ਇੱਧਰ ਨੂੰ, ਇੰਨਾ ਹੀ ਬਹੁਤ ਹੈ। ਗੱਲਾਂ ਕੌੜੀਆਂ ਲੱਗੀਆਂ ਹੋਣੀਆਂ ਸਾਰਿਆਂ ਨੂੰ। ਮੇਰਾ ਖਿਆਲ ਸਮਾਂ ਵੀ ਜ਼ਿਆਦਾ ਨਾ ਹੋ ਜਾਵੇ ਕਿਤੇ। ਕਈ ਤਾਂ ਜ਼ਿਆਦਾ ਬੱਚੇ ਔਖੇ ਵੀ ਹੋ ਜਾਂਦੇ ਨੇ ਬੈਠੇ। ਮੈਂ ਇੱਥੇ ਫਤਿਹ ਜੇ ਬੁਲਾਉਣਾ ਚੰਗੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।